ਵਾਹਿਗੁਰੂ ਸਾਹਿਬ ਜੀ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸੁਜਾਏ, ਹਰ ਪਰਮ ਪਦ ਲਹੀਐ। ਸਤਿਗੁਰ ਮਿਲਿਆ ਉਲਟੀ ਭਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਰੱਬੀ ਗਿਆਨ ਦੇ ਸਾਗਰ, ਕਾਇਮ ਦਾਇਮ ਪਾਤਸ਼ਾਹੀ ਦੇ ਮਾਲਕ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਮਿਹਰਾਮਤ ਦੇ ਸਦਕਾ ਗੁਰੂ ਨਾਨਕ ਜੋਤ ਦੇ ਦੂਸਰੇ ਅਤੇ 9ਵੇਂ ਸਵਰੂਪ ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਜਿਨ੍ਹਾਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਮੁੱਚੇ ਪ੍ਰਬੰਧ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਰਾਤਰੀ ਦੇ ਗੁਰਮਤਿ ਸਮਾਗਮ ਗੁਰੂ ਸੰਗਤ ਦੀ ਜੁਗਤ ਦੁਆਰਾ ਕਰਵਾਏ ਜਾ ਰਹੇ ਨੇ। ਦਾਸ ਤੋਂ ਪਹਿਲਾਂ ਇਸੇ ਸਥਾਨ ਦੇ ਹਜੂਰੀ ਕੀਰਤਨੀ ਜਥੇ ਵੱਲੋਂ ਆਪ ਸੰਗਤਾਂ ਨੇ ਧੁਰ ਕੀ ਬਾਣੀ ਦੇ ਰਸ ਭਿੰਨੇ ਅੰਮ੍ਰਿਤਮਈ ਕੀਰਤਨ ਸਰਵਣ ਕੀਤੇ ਹਨ। ਆਓ ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਦਾਸ ਜੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਪਿਆਰ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅੰਦਰ ਸਤਿਗੁਰੂ ਦੀ ਪਰਿਭਾਸ਼ਾ ਦਿੰਦਿਆਂ ਫਰਮਾਇਆ ਗਿਆ, ਸਤਿ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਜੋ ਅਕਾਲ ਪੁਰਖ ਵਾਹਿਗੁਰੂ ਨਾਲ ਇਕਮਿਕ ਹੈ, ਜਿਸ ਦੀ ਪਰਮਾਤਮਾ ਸਤਿਪੁਰਖ ਦੇ ਨਾਲ ਜਾਣ ਪਛਾਣ ਹੈ, ਉਸ ਮਹਾਨ ਰੂਹਾਨੀ ਸ਼ਕਤੀ ਦਾ ਨਾਮ ਸਤਿਗੁਰੂ ਹੈ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਐਸੇ ਸਤਿਗੁਰੂ ਦੀ ਇਹ ਵਡਿਆਈ ਹੈ ਕਿ ਜਿਹੜਾ ਵੀ ਸਤਿਗੁਰੂ ਨੂੰ ਸਮਰਪਿਤ ਹੋ ਕੇ ਸਤਿਗੁਰੂ ਦਾ ਸਿੱਖ ਬਣ ਕੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰਦਾ ਹੈ, ਹੇ ਨਾਨਕ ਪਰਮਾਤਮਾ ਦੇ ਗੁਣ ਗਾਉਂਦਿਆਂ
ਉਸ ਸਿੱਖ ਦਾ ਜਿੱਥੇ ਉਧਾਰ ਹੁੰਦਾ ਹੈ, ਜੀਵਨ ਮੁਕਤ ਹੁੰਦਾ ਹੈ, ਉੱਥੇ ਗਰੀਬ ਨਵਾਜ ਉਸ ਸਿੱਖ ਨੂੰ ਆਪਣਾ ਰੂਪ ਬਣਾ ਲੈਂਦੇ ਨੇ। ਜੋਤ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਧੁਰ ਤੋਂ ਸਮਰੱਥ ਨੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇਹੀ ਕਾਰਨ ਕਿ ਅਸੀਂ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਦੇ ਵੀ ਗੁਰਗੱਦੀ ਨਸ਼ੀਨੀ ਗੁਰਪੁਰਬ ਨਹੀਂ ਮਨਾਉਂਦੇ। ਸਤਿਗੁਰੂ ਜੀ ਜਨਮ ਤੋਂ ਹੀ, ਪ੍ਰਕਾਸ਼ ਤੋਂ ਹੀ, ਬਚਪਨ ਤੋਂ ਹੀ, ਸ਼ੁਰੂ ਤੋਂ ਹੀ ਸਤਿਗੁਰੂ ਨੇ। ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਦੋਂ ਅਸੀਂ ਸਤਿਗੁਰੂ ਜੀ ਦੇ ਬਾਕੀ ਸਵਰੂਪ ਵੇਖਦੇ ਹਾਂ, ਉਹ ਪਹਿਲਾਂ ਸਿੱਖ ਰੂਪ ਵਿੱਚ ਨੇ ਜਾਂ ਪਰਿਵਾਰ ਵਿੱਚੋਂ ਪਹਿਲਾਂ ਪੁੱਤ ਪੋਤਰਿਆਂ ਦੇ ਰੂਪ ਵਿੱਚ ਨੇ, ਤੇ ਜਦੋਂ ਸਤਿਗੁਰੂ ਦੇ ਹੁਕਮ ਰਜਾਈ ਚੱਲ ਕੇ ਉਹਨਾਂ ਨੇ ਆਪੇ ਨੂੰ ਸਵਾਰਿਆ। ਗਰੀਬ ਨਵਾਜ ਜੀ ਨੇ ਇੱਕ ਦਿਨ ਆਪਣਾ ਆਪ ਉਸ ਅਗਲੇ ਸਰੂਪ ਦੇ ਵਿੱਚ ਟਿਕਾ ਕੇ ਆਪ ਸੀਸ ਨਵਾਇਆ, ਪਰਿਕਰਮਾ ਕੀਤੀਆਂ, ਤੇ ਸਾਰੀ ਵਡਿਆਈ ਜਿਹੜੀ ਸੀ ਆਪਣੇ ਬਖਸ਼ਿਸ਼ ਕੀਤੇ ਹੋਏ ਉਸ ਰੂਪ ਨੂੰ ਨਿਵਾਜ ਕੇ ਸੰਸਾਰ ਨੂੰ ਇਹੀ ਉਪਦੇਸ਼ ਦਿੱਤਾ ਕਿ ਭਾਈ ਅੱਜ ਤੋਂ ਬਾਅਦ ਹੁਣ ਤੁਸੀਂ ਇਹਨਾਂ ਦੀ ਜਿਹੜੀ ਰਹਿਨਮਾਈ ਹੈ ਉਹ ਕਬੂਲਣੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਬਚਨ ਕਹੇ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਅਲਾਈ, ਫੇਰ ਵਸਾਇਆ ਗੋਇੰਦਵਾਲ, ਅਚਰਜ ਰੂਪ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਜਿੱਥੇ ਧਰਤੀ ਦੀ ਪੁਕਾਰ ਨੂੰ ਸੁਣ ਕੇ ਜਗਤ ਗੁਰੂ ਨਾਨਕ ਪਾਤਸ਼ਾਹ ਦੀ ਆਮਦ 1469 ਨੂੰ ਹੁੰਦੀ ਹੈ, ਉੱਥੇ ਗਰੀਬ ਨਵਾਜ ਜੀ ਨੇ ਆਪਣਾ ਜੋ ਦੂਸਰਾ ਸਰੂਪ ਹੈ, ਕਿਉਂਕਿ ਜੋਤ ਊਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀ ਹੈ। ਜਿਵੇਂ ਵਿਸਾਖੀ ਖਾਲਸਾ ਜੀ ਦਾ ਸਾਜਨਾ ਦਿਹਾੜਾ ਲੰਘ ਕੇ ਗਿਆ ਹੈ, ਗਰੀਬ ਨਵਾਜ ਜੀ ਨੇ 10ਵੇਂ ਸਵਰੂਪ ਵਿੱਚ ਵੀ ਇਹੀ ਸੰਗਤਾਂ ਨੂੰ ਦ੍ਰਿੜ ਕਰਾਇਆ ਸੀ, ਭਾਈ 230 ਸਾਲ ਦਾ ਸਮਾਂ ਲਾ ਕੇ ਜਿਸ ਖਾਲਸੇ ਦੀ ਸਿਰਜਣਾ ਕੀਤੀ ਹੈ, ਅੱਜ ਸਾਡੇ ਕੋਲ ਵੀ ਉਹ ਸਰੂਪ, ਉਹ ਸਰੀਰ ਨਹੀਂ ਜਿਸ ਸਰੀਰ ਦੇ ਵਿੱਚ ਕਦੇ ਅਸੀਂ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਅੱਜ ਸਾਨੂੰ ਵੀ ਇਸ 10ਵੀਂ ਥਾਂ ਤੇ 10ਵੀਂ ਪਾਤਸ਼ਾਹੀ ਦੇ ਰੂਪ ਵਿੱਚ ਗੁਰੂ ਭਾਵੇਂ ਉਹੀ ਹੈ, ਪਰ ਟਿਕਾਣਾ 10ਵਾਂ ਹੈ, ਸਰੀਰ 10ਵਾਂ ਹੈ, ਜੋ ਇਸ ਗੱਲ ਦਾ ਸੰਕੇਤ ਸੀ ਕਿ ਸਰੀਰ ਸਦੀਵੀ ਨਹੀਂ, ਜੋਤ ਅਤੇ ਜੁਗਤ ਸਦੀਵੀ ਹੈ, ਤੇ ਜਿੱਥੇ ਗੁਰੂ ਜੋਤ ਗੁਰੂ ਜੁਗਤ ਦਾ ਨਿਵਾਸ ਹੁੰਦਾ ਹੈ, ਤੁਸੀਂ ਹਮੇਸ਼ਾ ਧੰਨ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਦੀ ਜੋ ਅਗਵਾਈ ਹੈ ਆਪਣੇ ਜੀਵਨ ਦੇ ਵਿੱਚ ਅੱਜ ਤੋਂ ਬਾਅਦ ਧਾਰਨ ਕਰਨੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਆਪਣੇ ਦੂਸਰੇ ਸਵਰੂਪ ਨੂੰ ਸਵਾਰਦੇ ਨੇ, ਜਿਨ੍ਹਾਂ ਦਾ ਪ੍ਰਕਾਸ਼ 1504 ਨੂੰ ਮੱਤੇ ਕੀ ਸਰਾਂ, ਜਾਂ ਜਿਹਨੂੰ ਆਪਾਂ ਸਰਾਏ ਨਾਗਾ ਵੀ ਕਹਿੰਦੇ ਆ, ਕੋਟਕਪੂਰੇ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਈਏ ਤੇ ਤਕਰੀਬਨ 35 ਕਿਲੋਮੀਟਰ ਦੀ ਇਹ ਦੂਰੀ ਹੈ, ਤੇ ਅੱਧ ਵਿਚਕਾਰ ਚਾਹੇ ਮੁਕਤਸਰ ਸਾਹਿਬ ਤੋਂ ਕੋਟਕਪੂਰੇ ਚਲੇ ਜਾਈਏ ਤੇ ਚਾਹੇ ਕੋਟਕਪੂਰੇ ਤੋਂ ਸ੍ਰੀ ਮੁਕਤਸਰ ਸਾਹਿਬ, ਬਿਲਕੁਲ ਸੈਂਟਰ ਦੇ ਵਿੱਚ ਸਰਾਏ ਨਾਗਾ ਜਾਂ ਮੱਤੇ ਦੀ ਸਰਾਂ ਆਉਂਦਾ ਹੈ। ਔਰ ਸੰਗਤਾਂ ਦਾ ਇਹ ਫਰਜ਼ ਵੀ ਬਣਦਾ ਵੀ ਜਿੱਥੇ ਅੱਜ ਅਸੀਂ ਤਰਸਦੇ ਹਾਂ ਕਿ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਹੋਣ, ਦੂਸਰਾ ਨਨਕਾਣਾ ਸਾਹਿਬ ਸਾਡੇ ਕੋਲ ਹੈ ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉੱਥੇ ਵੀ ਜ਼ਰੂਰ ਦਰਸ਼ਨ ਕਰਨ ਵਾਸਤੇ ਜਾਇਓ।
ਬਾਬਾ ਫੇਰੂ ਮਲ ਜੀ ਅਤੇ ਮਾਤਾ ਦਇਆ ਜੀ ਦੀ ਪਾਵਨ ਕੁੱਖ ਤੋਂ ਭਾਈ ਲਹਿਣਾ ਜੀ ਦਾ ਪ੍ਰਕਾਸ਼ ਮੱਤੇ ਕੀ ਸਰਾਂ ਵਿਖੇ ਹੁੰਦਾ ਹੈ। ਤੇ ਇਤਿਹਾਸ ਕਹਿੰਦਾ ਹੈ ਕਿ ਪਿਤਾ ਪੁਰਖੀ ਰਹੁ ਰੀਤ ਦੇ ਮੁਤਾਬਕ ਜਿਸ ਤਰ੍ਹਾਂ ਪਿਤਾ ਜੀ ਆਪਣੇ ਜਥੇ ਸਮੇਤ ਵੱਖ-ਵੱਖ ਸਥਾਨਾਂ ਤੇ ਆਪਣਾ ਅਕੀਦਾ ਅਰਪਣ ਕਰਨ ਜਾਇਆ ਕਰਦੇ ਸਨ, ਵੇਖੋ ਵੇਖੀ ਭਾਈ ਲਹਿਣਾ ਜੀ ਵੀ ਆਪਣੀ ਡਿਊਟੀ ਨਿਭਾਉਣ ਲਈ, ਆਪਣਾ ਫਰਜ਼ ਨਿਭਾਉਣ ਵਾਸਤੇ ਉਸ ਮਾਰਗ ਤੇ ਤੁਰ ਪਏ। ਪਰ ਜਿੱਥੇ ਵੀ ਜਾਂਦੇ ਤਨ ਕਰਕੇ ਪਹੁੰਚਦੇ, ਪਰ ਮਨ ਦਾ ਜਿਹੜਾ ਸੁੱਖ ਸੀ, ਮਨ ਦਾ ਜਿਹੜਾ ਟਿਕਾ ਸੀ, ਉਹ ਪ੍ਰਾਪਤ ਨਾ ਹੁੰਦਾ। ਪਰ ਜਦੋਂ ਮਾਲਕ ਨੇ ਕਿਰਪਾ ਕਰਨੀ, ਧੁਰੋਂ ਲਿਖੇ ਸੰਜੋਗ ਪ੍ਰਗਟ ਕਰਨੇ ਨੇ, ਕਿਉਂਕਿ ਆਦਿ ਕਾਲ ਤੋਂ ਹੀ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਧੁਰੋਂ ਲਿਖੇ ਜਦੋਂ ਮਾਲਕ ਸੰਜੋਗ ਪ੍ਰਗਟ ਕਰਦਾ ਹੈ ਨਾ, ਜਿਹੜੇ ਬਚਨ ਆਪਾਂ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਇਹ ਵੱਖਰੀ ਗੱਲ ਕਿ ਅਸੀਂ ਦੁਨੀਆਦਾਰ ਜਦੋਂ ਸਾਡੀ ਧੀ ਲਈ ਕੋਈ ਯੋਗ ਵਰ ਲੱਭਦਾ ਹੈ, ਜਾਂ ਆਪਣੇ ਪੁੱਤਰ ਲਈ ਅਸੀਂ ਯੋਗ ਕੰਨਿਆ ਲੱਭਦੇ ਹਾਂ, ਰਿਸ਼ਤਾ ਜੋੜਦੇ ਹਾਂ, ਤੇ ਬਹੁਤੀ ਵਾਰ ਇਹ ਸ਼ਬਦ ਉੱਥੇ ਪੜਿਆ ਜਾਂਦਾ ਹੈ ਕਿ ਜਿਨ੍ਹਾਂ ਦੇ ਧੁਰੋਂ ਲਿਖੇ ਸੰਜੋਗ ਮਾਲਕ ਨੇ ਪ੍ਰਗਟ ਕੀਤੇ ਨੇ, ਉਹਨਾਂ ਦੇ ਰਿਸ਼ਤੇ ਇੱਥੇ ਜੁੜੇ ਨੇ। ਪਰ ਅਸਲ ਵਿੱਚ ਇਹਨਾਂ ਪਾਵਨ ਤੁਕਾਂ ਦਾ ਰੂਹਾਨੀ ਅਰਥ ਇਹ ਹੈ ਕਿ ਜਿਨ੍ਹਾਂ ਦੇ ਮਸਤਕ ਤੇ ਮਾਲਕ ਨੇ ਧੁਰ ਤੋਂ ਹੀ ਇਹ ਦਾਤ ਲਿਖ ਦਿੱਤੀ ਹੈ, ਦਾਤ ਜੋਤ ਖਸਮੈ ਵਡਿਆਈ। ਇਹ ਕਿਸੇ ਈਰਖਾ ਬਖੀਲੀ ਨਾਲ ਨਹੀਂ, ਉਮਰ ਵਿੱਚ ਵੱਡੇ ਛੋਟੇ ਹੋਣ ਕਰਕੇ ਨਹੀਂ, ਜਾਂ ਦਾਦੇ ਪੋਦੇ ਦਾ ਤਕਾਜ਼ਾ ਨਹੀਂ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਮਝਾ ਦਿੱਤਾ ਸੀ ਬਾਬਾ ਪ੍ਰਿਥੀ ਚੰਦ ਨੂੰ ਕਿ ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਚੌਂ ਪੀੜੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ। ਬਾਬਾ ਪ੍ਰਿਥੀ ਚੰਦ ਕਹਿੰਦਾ ਸੀ, ਮੈਂ ਵੱਡਾ ਹਾਂ, ਗੁਰੂ ਅਰਜਨ ਦੇਵ ਜੀ ਨਿੱਕੇ ਨੇ, ਤੁਸੀਂ ਵੱਡੇ ਪੁੱਤਰ ਨੂੰ ਛੱਡ ਕੇ ਨਿੱਕੇ ਨੂੰ ਕਿਵੇਂ ਗੁਰਗੱਦੀ ਦੇ ਦਿਓਗੇ? ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਵੀ ਤੈਨੂੰ ਬਹੁਤਾ ਪਤਾ ਹੈ ਵੀ ਗੁਰੂ ਅਰਜਨ ਦੇਵ ਜੀ ਛੋਟੇ ਨੇ ਤੇ ਤੂੰ ਵੱਡਾ, ਜਿਸ ਪਿਤਾ ਦੇ ਤੁਸੀਂ ਪੁੱਤਰ ਹੋ ਕੀ ਉਹਨੂੰ ਨਹੀਂ ਪਤਾ? ਅਰਜਨ ਹੈ ਨਿਕੜਾ ਮੈਂ ਵੀ ਜਾਣਾ, ਤੂੰ ਹੈ ਵੱਡਾ ਬੁੱਧੀਮਾਨ ਸਿਆਣਾ, ਇਸ ਨੂੰ ਮੈਂ ਹੀ ਨਹੀਂ ਦਿੱਤੀ ਗੁਰਿਆਈ, ਇਸ ਨੂੰ ਥਾਪੀ ਨਾਨੇ ਹੈ ਲਾਈ। ਤੇ ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜੀਵਨ ਵੇਖਦੇ ਹਾਂ, ਜਿਨ੍ਹਾਂ ਦਾ ਪ੍ਰਕਾਸ਼ 1621 ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਜਗਤ ਮਾਤਾ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਖੇ ਹੁੰਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਮਾਤਾ ਨਾਨਕੀ ਜੀ ਇੰਨੀ ਜੁਰਤ ਵਾਲੇ ਸਨ ਕਿ ਜਦੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਸੀ, ਬਾਬਾ ਬਸੇ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ, ਤੇ ਉਦੋਂ ਜਿਹੜੇ ਵੀ ਰਿਸ਼ਤੇ ਵਿੱਚੋਂ ਬਾਬੇ ਲੱਗਦੇ ਸਨ ਉਹਨਾਂ ਨੇ ਜਾ ਕੇ ਗੱਦੀਆਂ ਲਗਾ ਲਈਆਂ। ਤੇ ਜਿਵੇਂ ਸਟੇਜ ਸਕੱਤਰ ਸਾਹਿਬ ਦੱਸ ਰਹੇ ਸਨ ਕਿ ਭਾਈ ਮੱਖਣ ਸ਼ਾਹ ਵਰਗੀ ਬਿਰਤੀ ਹੋਵੇ ਤੇ ਫਿਰ ਹੰਸ ਬਿਰਤੀ ਜਿਹੜੀ ਹੈ ਨਾ, ਉਹ ਪਾਣੀ ਤੇ ਦੁੱਧ ਵੱਖਰਾ ਕਰ ਲੈਂਦੀ ਹੈ। ਗੁਰੂ ਜਦੋਂ ਕਿਰਪਾ ਕਰਦਾ ਹੈ ਨਾ, ਮਾਨ ਸਰੋਵਰ ਸਤਿਗੁਰੂ ਕਾਗੋਂ ਹੰਸ ਜਲੋਂ ਦੁੱਧ ਪੀਣਾ। ਜੇ ਕਿਤੇ ਹੰਸ ਦੇ ਸਾਹਮਣੇ ਦੁੱਧ ਤੇ ਪਾਣੀ ਮਿਲਾ ਕੇ ਰੱਖ ਦਿਓ ਤੇ ਉਹਦੀ ਚੁੰਝ ਵਿੱਚ ਇੰਨੀ ਖਟਾਸ ਹੈ ਕਿ ਉਹ ਪਾਣੀ ਵੱਖਰਾ ਕਰ ਦਿੰਦਾ ਹੈ ਤੇ ਦੁੱਧ ਦੇ ਜਿਹੜੇ ਫੁੱਟ ਨੇ ਉਹਨਾਂ ਨੂੰ ਉਹ ਪੀ ਲੈਂਦਾ ਹੈ, ਭਾਵ ਉਹਦੀ ਉਹ ਖੁਰਾਕ ਹੈ। ਗੁਰੂ ਕੇ ਸਿੱਖ ਦੀ ਬਿਰਤੀ ਵੀ ਹੰਸ ਬਿਰਤੀ ਹੈ, ਬਗਲਾ ਬਿਰਤੀ ਨਹੀਂ। ਭਾਈ ਮੱਖਣ ਸ਼ਾਹ ਜਿਨ੍ਹਾਂ ਦੇ ਸਾਹਮਣੇ 22 ਨਕਲੀ ਗੁਰੂ ਬੈਠੇ ਨੇ, ਬੜੀ ਵੱਡੀ ਮਿਲਾਵਟ ਹੋ ਗਈ, ਬੜਾ ਵੱਡਾ ਰੌਲਾ ਪਿਆ, ਬੜੀ ਵੱਡੀ ਰਲ ਗੱਡ,
ਪਰ ਸਿੱਖ ਹੰਸ ਸੀ ਨਾ। ਜਦੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਏ ਉਦੋਂ ਤੱਕ ਸਿੱਖ ਨੂੰ ਚੈਨ ਨਹੀਂ ਆਇਆ। ਤੇ ਅੱਜ ਭਾਵੇਂ ਇਹ 22,000 ਤੱਕ ਪਹੁੰਚ ਗਏ, ਜੇ ਗੁਰੂ ਨਾਨਕ ਸਾਹਿਬ ਦੇ ਅਸਲੀ ਸਿੱਖਾਂ ਤੇ ਜਦੋਂ ਤੱਕ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਨਹੀਂ ਆ ਜਾਂਦੇ ਉਦੋਂ ਤੱਕ ਚੈਨ ਸਾਨੂੰ ਵੀ ਨਹੀਂ ਆਉਣਾ ਚਾਹੀਦਾ। ਜੇ ਭਾਈ ਮੱਖਣ ਸ਼ਾਹ ਨੇ 22 ਨਕਲੀ ਕੰਡੈਮ ਕਰਕੇ ਗੁਰੂ ਨਾਨਕ ਦੇ ਜੋਤ ਦੇ 9ਵੇਂ ਸਵਰੂਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੱਭਿਆ ਤੇ ਕੋਠੇ ਦੀ ਛੱਤ ਤੇ ਉੱਚੀ ਉੱਚੀ ਹੋਕਾ ਦੇ ਕੇ ਆਖਿਆ, ਭੁੱਲੀਏ ਸੰਗਤੇ ਸਾਚਾ ਗੁਰ ਲਾਦੋ ਰੇ, ਭੁੱਲੀਏ ਸੰਗਤੇ ਸਾਚਾ ਗੁਰ ਲਾਦੋ ਰੇ। ਤੇ ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਸਿੱਖਾਂ ਦੇ ਸਾਹਮਣੇ ਭਾਵੇਂ ਅਨੇਕਾਂ ਪਖੰਡੀ ਦੰਭੀ ਉਹਨਾਂ ਨੂੰ ਦਿਖਾਈ ਦਿੱਤੇ, ਪਰ ਅਸਲ ਸਿੱਖ ਇਹ ਕਿਹਾ ਕਰਦੇ ਸਨ ਕਿ 10ਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੈ ਦੇ ਗਿਆ। ਅੱਜ ਤੋਂ ਸਾਡਾ ਗੁਰੂ ਗ੍ਰੰਥ ਸਾਹਿਬ ਹੋਇਆ, ਸੋਈ ਗਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਗਿਆ। ਭਾਵ ਸਿੱਖਾਂ ਵਿੱਚ ਇਹ ਵਿਸ਼ਵਾਸ ਸੀ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਗਿਆ ਉਹ ਪਖੰਡੀ ਦੰਭੀਆਂ ਦੇ ਭਾਵੇਂ 22,000 22 ਲੱਖਾਂ ਦੇ ਮਗਰ ਤੁਰਿਆ ਫਿਰੇ, ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਗਿਆ ਉਹ ਜਹਾਨੋਂ ਗਿਆ। ਭਾਵ ਸਿੱਖ ਦੇ ਅੰਦਰ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਅਵਸਥਾ ਪ੍ਰਗਟ ਕੀਤੀ ਹੈ, ਇੱਥੇ ਦਾਵਾ ਕੋਈ ਨਹੀਂ। ਤੇ ਜਦੋਂ ਧੀਰਮਲ ਨੇ ਬੜੇ ਹੱਥ ਪੈਰ ਮਾਰੇ, ਬੜੀ ਵਿਰੋਧਤਾ ਕੀਤੀ, ਕੋਈ ਚਾਰਾ ਨਾ ਚੱਲਿਆ ਤੇ ਇੱਕ ਦਿਨ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾ ਦਿੱਤੀ। ਤੇ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਜੀ ਕਿੰਨੀ ਜੁਰਤ ਵਾਲੇ ਸਨ। ਬਾਕੀ ਧਰਮਾਂ ਵਿੱਚ ਜਿੱਥੇ ਔਰਤ ਨੂੰ ਬੜੀ ਡਰਾਕਲ ਦੱਸਿਆ ਗਿਆ ਤੇ ਖਾਸ ਕਰਕੇ ਜਦੋਂ ਬੰਦੂਕ ਦੀ ਗੋਲੀ ਚੱਲੇ ਤੇ ਮਾਵਾਂ ਭੈਣਾਂ ਬੀਬੀਆਂ ਜਿਹੜੀਆਂ ਨੇ ਕਈ ਵਾਰ ਬੂਹੇ ਬੰਦ ਕਰ ਲੈਂਦੀਆਂ ਨੇ, ਅੰਦਰ ਵੜ ਜਾਂਦੀਆਂ ਨੇ। ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਨਾਨਕੀ ਉਹਨੇ ਧੀਰਮਲ ਨੂੰ ਕਿਹਾ ਸੀ, ਧੀਰਮਲ ਇਹ ਤੂੰ ਜਿਹੜੀ ਜ਼ਬਰਦਸਤੀ ਕੀਤੀ ਆ ਇਹ ਐਵੇਂ ਆ ਜਿਵੇਂ ਖੁਦ ਆਪਣੇ ਹੱਥੀਂ ਤੂੰ ਜ਼ਹਿਰ ਪੀ ਕੇ ਆਪ ਮਰ ਗਿਆ ਹੋਵੇਂ। ਅਬ ਜਬਰੀ ਕਰ ਆਨ ਪਰੇ ਹੋ, ਜਿਮ ਬਿਖ ਪੀ ਕਰ ਖੁਦ ਆਪ ਮਰੇ ਹੋ। ਇਹ ਮਾਂ ਨਾਨਕੀ ਨੇ ਕਿਹਾ ਸੀ, ਜਿਹਦੀ ਪਾਵਨ ਕੁੱਖ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤੇ ਜਿਨ੍ਹਾਂ ਦਾ ਉਪਦੇਸ਼ ਹੈ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਜਿਨ੍ਹਾਂ ਨੇ ਨਾ ਸਾਰੀ ਉਮਰ ਕਿਸੇ ਨੂੰ ਭੈ ਡਰ ਦਿੱਤਾ ਤੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਉਹਨਾਂ ਨੇ ਕਿਸੇ ਦਾ ਡਰ ਜਿਹੜਾ ਸੀ ਉਹ ਧਾਰਨ ਕੀਤਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਪਹਿਲਾ ਜੀਵਨ ਭਾਈ ਲਹਿਣਾ ਜੀ ਦੇ ਰੂਪ ਵਿੱਚ ਹੈ, ਜਿੱਥੇ ਵੀ ਜਾਂਦੇ ਵੇਖੋ ਵੇਖੀ ਪਹੁੰਚਦਾ ਜਾਂਦੇ ਪਰ ਮਨ ਟਿਕਦਾ ਨਾ। ਇੱਕ ਦਿਨ ਕਹਿੰਦੇ ਜਦੋਂ ਜਥੇ ਦੇ ਨਾਲ ਜਾ ਰਹੇ ਸਨ ਤੇ ਖਡੂਰ ਸਾਹਿਬ ਦੀ ਧਰਤੀ ਤੇ ਰਾਤ ਰੁਕੇ। ਅੰਮ੍ਰਿਤ ਵੇਲੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਭਾਈ ਜੋਧ ਜੀ ਨੇ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਪੜਿਆ, ਆਸਾ ਦੀ ਵਾਰ ਦਾ ਜਦੋਂ ਉਹ ਪਾਠ ਪੜ ਰਿਹਾ ਸੀ ਤੇ ਭਾਈ ਲਹਿਣਾ ਜੀ ਬੜੇ ਇਕਾਗਰ ਚਿੱਤ ਹੋ ਕੇ ਉਸ ਨੂੰ ਸੁਣ ਰਹੇ ਸਨ, ਜਿਵੇਂ ਹੁਣੇ ਗੁਰੂ ਕੇ ਕੀਰਤਨੀਏ ਸਾਨੂੰ ਸੁਣਾ ਕੇ ਗਏ ਨੇ। ਤੇ ਜੇ ਆਪਾਂ ਇਕਾਗਰ ਚਿੱਤ ਹੋ ਕੇ ਸੁਣ ਲਈਏ ਨਾ ਤੇ ਸਭ ਤੋਂ ਵੱਡੀ ਅਰਦਾਸ ਇਹੀ ਹੈ, ਤਰਲਾ ਲੈ ਕੇ ਕਿਹਾ ਗੁਰਾ ਇੱਕ ਦੇ 부ਝਾਈ। ਇਹ ਜਪਜੀ ਸਾਹਿਬ ਦੀ ਪਾਵਨ ਤੁਕ ਅਰਦਾਸ ਹੈ, ਹੇ ਮੇਰੇ ਸਤਿਗੁਰੂ, ਹੇ ਮੇਰੇ ਗੁਰੂ, ਮੈਨੂੰ ਆਹ ਗੱਲ ਬੁਝਾ ਦੇ, ਮੈਨੂੰ ਆਹ ਗੱਲ ਸਮਝਾ ਦੇ। ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵੀ ਜਿਹੜਾ ਸਾਰੇ ਜੀਵਾਂ ਦਾ ਇੱਕ ਦਾਤਾ ਹੈ ਉਹ ਮੈਨੂੰ ਕਦੇ ਨਾ ਵਿਸਰੇ। ਤੇ ਜਦੋਂ ਆਹ ਸਾਡੀ ਅਰਦਾਸ ਬਣ ਜਾਵੇਗੀ ਤੇ ਫਿਰ ਸਾਡੀ ਜ਼ਿੰਦਗੀ 'ਚ ਲੱਖ ਦਾਤਾ ਆਵੇਗਾ ਨਹੀਂ, ਕਿਉਂਕਿ ਸਾਨੂੰ ਪਤਾ ਲੱਗ ਜਾਣਾ ਵੀ ਦਾਤਾ ਤੇ ਦੂਜਾ ਵੀ ਨਹੀਂ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਵੀ ਬਾਕੀ ਦੂਜਾ ਤੀਜਾ ਭਿਖਾਰੀ ਤੇ ਹੋ ਸਕਦਾ ਹੈ, ਦਾਤਾ ਕੇਵਲ ਇੱਕ ਹੈ। ਤੇ ਜਦੋਂ ਇੱਕ ਦਾਤਾ ਸਾਡੀ ਜ਼ਿੰਦਗੀ ਵਿੱਚ ਆਵੇਗਾ ਤੇ ਫਿਰ ਕਦੇ ਕੋਈ ਲੱਖ ਦਾਤਾ, ਕੋਈ ਕਰੋੜ ਦਾਤਾ ਸਾਡੀ ਜ਼ਿੰਦਗੀ ਵਿੱਚ ਆ ਕੇ ਸਾਨੂੰ ਗੁੰਮਰਾਹ ਨਹੀਂ ਕਰ ਸਕੇਗਾ, ਕਿਉਂਕਿ ਸਾਨੂੰ ਸਮਝ ਆ ਜਾਵੇਗੀ ਵੀ ਦੂਜਾ ਵੀ ਦਾਤਾ ਨਹੀਂ ਹੁੰਦਾ,
ਕਿਉਂਕਿ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਆਪਾਂ ਕਈ ਵਾਰ ਕਹਿੰਦੇ ਨਾ ਵੀ ਇਹਦੇ ਨਾਲੋਂ ਤੇ ਤੂੰ ਸ਼ਰਮ ਨਾਲ ਡੁੱਬ ਕੇ ਮਾਰੀ ਜਾ। ਸਾਹਿਬ ਕਹਿੰਦੇ ਜਦੋਂ ਇੱਕ ਪਰਮਾਤਮਾ ਤੋਂ ਬਿਨਾਂ ਬੰਦਾ ਕਿਸੇ ਹੋਰ ਨੂੰ ਰੱਬ ਮੰਨ ਕੇ ਤੁਰਦਾ ਨਾ, ਇਹ ਬੜੀ ਵੱਡੀ ਲਾਜ ਵਾਲੀ, ਬੜੀ ਵੱਡੀ ਇਹ ਸ਼ਰਮ ਵਾਲੀ ਗੱਲ ਹੈ। ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਨੂੰ ਸਮਝਾਉਣ ਵਾਸਤੇ ਲਫ਼ਜ਼ ਵਰਤੇ ਨੇ, ਦੁਆਰੈ ਦੁਆਰ ਸੁਆਨ ਜੋ ਡੋਲਤ ਨੈ ਸੁਧ ਰਾਮ ਭਜਨ ਕੀ। ਕਿਉਂਕਿ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਕਹਿੰਦੇ ਕਈ ਵਾਰ ਬੰਦਾ ਸੁਖ ਦੀ ਖਾਤਰ ਬੜਾ ਵੱਡਾ ਦੁੱਖ ਪ੍ਰਾਪਤ ਕਰਦਾ, ਕਿਉਂਕਿ ਇਹ ਗੁਰੂ ਦੀ ਸੇਵਾ ਤੋਂ ਹਟ ਕੇ ਫਿਰ ਜਨ ਜਨ ਦੀ ਸੇਵਾ ਕਰਦਾ। ਥਾਂ ਥਾਂ ਜਾ ਕੇ ਫਿਰ ਮੱਥੇ ਟੇਕਦਾ, ਥਾਂ ਥਾਂ ਜਾ ਕੇ ਇਹ ਮੁਹਤਾਜੀ ਕਰਦਾ। ਤੇ ਇਹਦੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਵੀ ਜਿਵੇਂ ਦੁਆਰੈ ਦੁਆਰ ਸੁਆਨ ਜਿਉਂ ਡੋਲਤ, ਜਿਵੇਂ ਕੁੱਤਾ ਕਦੇ ਐਸ ਦਰ ਤੇ ਗਿਆ, ਕਦੇ ਦੂਜੇ ਦਰ ਤੇ ਗਿਆ, ਕਦੇ ਤੀਜੇ ਦਰ ਤੇ ਗਿਆ। ਕਹਿਣ ਲੱਗੇ ਜਦੋਂ ਮਨੁੱਖ ਨੂੰ ਪਰਮਾਤਮਾ ਦੀ ਭਜਨ ਬੰਦਗੀ ਦੀ ਸੁੱਧ ਨਾ ਹੋਵੇ ਤੇ ਇਹਦੀ ਹਾਲਤ ਦਰ ਦਰ ਤੇ ਭਟਕਣ ਵਾਲੇ ਕੁੱਤੇ ਵਰਗੀ ਹੋ ਜਾਂਦੀ ਹੈ। ਇਸ ਕਰਕੇ ਜੇ ਅੱਜ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਤੇ ਸਾਨੂੰ ਇਹ ਸਮਝ ਆਵੇ ਕਿ ਜਦੋਂ ਸਾਡੀ ਜ਼ਿੰਦਗੀ ਵਿੱਚ ਸਤਿਗੁਰੂ ਆਵੇਗਾ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਬਿਰਤੀ ਨੇ ਉਲਟ ਜਾਣਾ ਹੈ, ਮਨਮਤ ਵਾਲੇ ਪਾਸੇ ਤੋਂ ਗੁਰਮਤ ਵਾਲੇ ਪਾਸੇ ਆ ਜਾਣਾ ਹੈ। ਸਾਡੀ ਬਿਰਤੀ ਨੇ ਕਹਿਣਾ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ। ਫਿਰ ਵਰਤਾਂ ਦੀ ਜਗ੍ਹਾ ਕਹਿਣਾ ਕਿ ਥੋੜਾ ਸਵੈ ਥੋੜਾ ਹੀ ਖਾਵੈ ਅਲਪ ਹਾਰ ਸੁਲਪ ਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ। ਸ਼ਰਾਧ ਕਰਨ ਦੀ ਜਗ੍ਹਾ ਕਹਿਣਾ ਜਿਉਂਦੇ ਮਾਂ-ਬਾਪ ਦੀ ਸੇਵਾ ਕਰ ਲਿਓ। ਇਹ ਜਦੋਂ ਬਿਰਤੀ ਉਲਟਦੀ ਹੈ ਨਾ, ਇਹਨੂੰ ਜੀਵਨ ਵਿੱਚ ਤਬਦੀਲੀ ਕਹਿੰਦੇ ਆ। ਵੀ ਜਿਹੜੇ ਭਾਈ ਲਹਿਣਾ ਜੀ ਵੇਖੋ ਪਹਿਲਾਂ ਜਥੇ ਬਣਾ ਕੇ ਦੂਜੇ ਪਾਸੇ ਤੁਰੇ, ਤੇ ਜਦੋਂ ਭਾਈ ਜੋਧ ਜੀ ਤੋਂ ਸ਼ਬਦ ਸੁਣਿਆ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਭਾਈ ਲਹਿਣਾ ਜੀ ਹੈਰਾਨ ਹੋਏ, ਕਹਿਣ ਲੱਗੇ ਜਥੇ ਨਾਲ ਸੰਗ ਨਾਲ ਜਾਂਦੇ ਸਾਂ, ਪਰ ਆ ਪਹਿਲੀ ਵਾਰ ਸੁਣਿਆ ਵੀ ਕੋਈ ਐਸਾ ਵੀ ਹੈ ਜਿਹਦੀ ਸੇਵਾ ਕਰਨ ਦੇ ਨਾਲ ਜੀਵਨ ਦੇ ਵਿੱਚ ਵੱਡਾ ਸੁੱਖ ਮਿਲ ਜਾਂਦਾ। ਭਾਈ ਲਹਿਣਾ ਜੀ ਨੂੰ ਇੰਜ ਲੱਗਾ ਵੀ ਜਿਨ੍ਹਾਂ ਦੇ ਇਹ ਬਚਨ ਨੇ ਉਹ ਜਿਸ ਪਾਸੇ ਅਸੀਂ ਜਾਣੇ ਆ ਨਾ ਉਹਦੇ ਤੋਂ ਵੀ ਕੋਈ ਵੱਡਾ ਹੈ। ਹਿੰਮਤ ਕੀਤੀ ਤੇ ਭਾਈ ਜੋਧ ਜੀ ਨੂੰ ਪੁੱਛ ਹੀ ਲਿਆ, ਤੇ ਭਾਈ ਜੋਧ ਜੀ ਨੇ ਦੱਸਿਆ, ਕਹਿਣ ਲੱਗੇ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਤੇ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ। ਫਿਰ ਉਸ ਵੇਲੇ ਜਿਹੜੇ ਅੰਦਰ ਦੀ ਤਲਬ ਸੀ, ਜਿਹੜੀ ਅੰਦਰ ਦੀ ਖਿੱਚ ਸੀ, ਜਥੇ ਦੀ ਪਰਵਾਹ ਨਾ ਕਰਦੇ ਹੋਏ ਘੋੜੀ ਤੇ ਸਵਾਰ ਹੋ ਕੇ ਭਾਈ ਲਹਿਣਾ ਜੀ ਕਰਤਾਰਪੁਰ ਸਾਹਿਬ ਵਾਲੇ ਪਾਸੇ ਚਲੇ ਗਏ। ਆਪਣੇ ਆਪ ਹੀ ਖਿੱਚੇ ਗਏ ਉਧਰ ਨੂੰ, ਕਿਉਂਕਿ ਇਹ ਧੁਰੋਂ ਲਿਖੇ ਸੰਜੋਗ ਪ੍ਰਗਟ ਹੋਣੇ ਸਨ। ਤੇ ਜਦੋਂ ਇੱਕ ਬਜ਼ੁਰਗ ਦੇ ਪਾਸੋਂ ਇਹ ਪੁੱਛਿਆ ਵੀ ਮੈਂ ਗੁਰੂ ਨਾਨਕ ਜੀ ਦੇ ਦਰ ਤੇ ਜਾਣਾ ਹੈ, ਤੇ ਉਹਨਾਂ ਨੇ ਅੱਗੋਂ ਘੋੜੇ ਦੀਆਂ ਵਾਗਾਂ ਪਕੜ ਕੇ ਕਿਹਾ ਵੀ ਹੁਣ ਤੂੰ ਮੇਰੇ ਪਿੱਛੇ ਪਿੱਛੇ ਐਵੇਂ ਘੋੜੀ ਤੇ ਸਵਾਰ ਹੋ ਕੇ ਜਦੋਂ ਤੁਰਿਆ ਆਵੇਂਗਾ ਤੇ ਮੈਂ ਤੈਨੂੰ ਗੁਰੂ ਨਾਨਕ ਸਾਹਿਬ ਦੇ ਦਰ ਤੇ ਪਹੁੰਚਾ ਦੇਵਾਂਗਾ। ਜਦੋਂ ਦਰ ਤੇ ਪਹੁੰਚੇ ਤੇ ਕਿਹਾ ਪੁਰਖਾ ਘੋੜੀ ਕਿੱਲੇ ਨਾਲ ਬੰਨ ਕੇ ਅੰਦਰ ਆ, ਤੇ ਜਦੋਂ ਅੰਦਰ ਆ ਕੇ ਵੇਖਿਆ ਤੇ ਜਦੋਂ ਜਿਸ ਸਿੰਘਾਸਨ ਤੇ ਬੈਠੇ ਹੋਏ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਕਹਿਣ ਲੱਗਾ ਭਾਈ ਲਹਿਣਾ ਬੜੀ ਵੱਡੀ ਭੁੱਲ ਹੋ ਗਈ, ਇਹ ਤਾਂ ਉਹੀਓ ਮਹਾਂਪੁਰਖ ਨੇ ਜਿਨ੍ਹਾਂ ਨੇ ਮੈਨੂੰ ਘੋੜੀ ਦੀਆਂ ਵਾਗਾਂ ਪਕੜ ਕੇ ਇੱਥੇ ਤੱਕ ਪਹੁੰਚਾਇਆ। ਕਹਿਣ ਲੱਗੇ ਪਾਤਸ਼ਾਹ ਜਦੋਂ ਤੁਸੀਂ ਮੈਨੂੰ ਮਿਲੇ ਮੈਂ ਅਵੱਗਿਆ ਕੀਤੀ, ਘੋੜੀ ਤੋਂ ਨਹੀਂ ਉਤਰਿਆ, ਤੁਸੀਂ ਪੈਦਲ ਤੁਰ ਕੇ ਆਏ ਤੇ ਮੈਂ ਘੋੜੀ ਤੇ ਸਵਾਰ ਹੋ ਕੇ ਆਇਆ। ਸਾਹਿਬ ਕਹਿਣ ਲੱਗੇ ਨਾਮ ਕੀ ਆ? ਕਹਿਣ ਲੱਗਾ ਲਹਿਣਾ। ਤੇ ਕਹਿਣ ਲੱਗੇ ਫਿਰ ਕੋਈ ਭੁੱਲ ਨਹੀਂ, ਕੋਈ ਅਵੱਗਿਆ ਨਹੀਂ। ਜਿਨ੍ਹਾਂ ਨੇ ਕਿਸੇ ਤੋਂ ਕੁਝ ਲੈਣਾ ਹੁੰਦਾ ਨਾ ਉਹ ਘੋੜੀਆਂ ਤੇ ਚੜ ਕੇ ਆਉਂਦੇ ਨੇ, ਤੂੰ ਲੈਣਾ ਤੇ ਅਸੀਂ ਦੇਣਾ। ਉਸ ਦਿਨ ਤੋਂ ਇੰਨਾ ਗੁਰੂ ਨਾਲ ਪਿਆਰ ਪੈ ਗਿਆ, ਆਪਣੇ ਜਥੇ ਨੂੰ ਕਹਿੰਦੇ ਮੁਬਾਰਕ ਹੈ ਜਾਓ। ਕਹਿਣ ਲੱਗੇ ਕੀ ਮਿਲ ਗਿਆ ਤੁਹਾਨੂੰ? ਕਹਿੰਦੇ ਜਿੱਧਰ ਤੁਸੀਂ ਜਾਣਦੇ ਹੋ ਉਧਰ ਕੀ ਮਿਲੇਗਾ? ਕਹਿਣ ਲੱਗੇ ਜੀ ਅਸੀਂ ਉਧਰ ਦੇਵੀ ਦੇ ਦਰਸ਼ਨ ਕਰਦੇ ਆ। ਤੇ ਭਾਈ ਲਹਿਣਾ ਜੀ ਕਹਿੰਦੇ ਵੀ ਇਹ ਦੱਸੋ ਵੀ ਦੇਵੀ ਦੇ ਦਰਸ਼ਨ ਕਰਨ ਵਿੱਚ ਵਡਿਆਈ ਹੈ ਕਿ ਖੁਦ ਦੇਵਤਾ ਬਣਨ ਵਿੱਚ ਵਡਿਆਈ ਹੈ? ਜੇ ਕਦੇ ਵੀ ਕੋਈ ਪ੍ਰਸ਼ਨ ਕਰੇ
ਵੀ ਬਾਕੀ ਧਰਮਾਂ ਨਾਲੋਂ ਸਿੱਖ ਧਰਮ ਦੇ ਵਿੱਚ ਕੀ ਅੰਤਰ ਹੈ, ਸਿੱਖ ਧਰਮ ਵਿੱਚ ਕੀ ਖੂਬੀ ਹੈ। ਤੇ ਸਭ ਤੋਂ ਵੱਡੀ ਖੂਬੀ ਇਹ ਹੈ ਵੀ ਲੋਕ ਧਰਤੀ ਤੇ ਖੜੋ ਕੇ ਆਕਾਸ਼ ਵੱਲ ਵੇਖਦੇ ਸਨ ਕਿ ਕਦੋਂ ਕੋਈ ਦੇਵਤਾ ਧਰਤੀ ਤੇ ਆਵੇ ਤੇ ਅਸੀਂ ਉਹਦੇ ਲੜ ਲੱਗ ਕੇ ਆਪਣਾ ਪਾਰ ਉਤਾਰਾ ਕਰੀਏ। ਮੇਰੇ ਗੁਰੂ ਨਾਨਕ ਜੀ ਨੇ ਧਰਤੀ ਦੇ ਮਨੁੱਖ ਨੂੰ ਹੀ ਧਰਤੀ ਦਾ ਦੇਵਤਾ ਬਣਾ ਦਿੱਤਾ। ਤੇ ਬਹੁਤਾ ਸਤਿ ਸ੍ਰੀ ਅਕਾਲ। ਤੇ ਬਹੁਤਾ ਸਮਾਂ ਵੀ ਨਹੀਂ ਲਾਇਆ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਇਹ ਤਾਂ ਮਨੁੱਖ ਤੋਂ ਦੇਵਤੇ ਹੋਣਾ ਹੈ ਨਾ। ਭੱਟ ਸਾਹਿਬਾਨ ਦੇ ਬਚਨ ਨੇ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਜਿਹੜੇ ਪਸ਼ੂ ਬਿਰਤੀਆਂ ਵਾਲੇ, ਪ੍ਰੇਤ ਬਿਰਤੀਆਂ ਵਾਲੇ, ਪੱਥਰ ਬਿਰਤੀਆਂ ਵਾਲੇ ਸਨ, ਉਹ ਵੀ ਮੇਰੇ ਗੁਰੂ ਨੇ ਦੇਵ ਬਿਰਤੀਆਂ ਵਾਲੇ ਬਣਾ ਦਿੱਤੇ। ਭਾਈ ਲਹਿਣਾ ਜੀ ਕਹਿਣ ਲੱਗੇ, ਤੁਸੀਂ ਜਾਓ ਮੁਬਾਰਕ, ਪਰ ਮੈਨੂੰ ਤੇ ਮੇਰੇ ਸਤਿਗੁਰੂ ਨੇ ਖੁਦ ਦੇਵਤਾ ਬਣਾ ਦਿੱਤਾ ਹੈ, ਕਿਉਂਕਿ ਮੈਨੂੰ ਮੇਰੀ ਮੰਜ਼ਿਲ ਜਿਹੜੀ ਆ ਉਹ ਮਿਲ ਗਈ ਆ। ਫਿਰ ਇੰਨਾ ਪਿਆਰ ਪੈ ਗਿਆ ਕਿ ਹਰ ਹੁਕਮ ਗੁਰੂ ਦਾ ਸਿਰ ਮੱਥੇ ਕਰਕੇ ਮੰਨਿਆ। ਜਦੋਂ ਸਤਿਗੁਰੂ ਨੇ ਕਿਹਾ, ਭਾਈ ਲੈਣਿਆ ਵੇਖ, ਕਦੇ ਐਸਾ ਸਮਾਂ ਆਉਂਦਾ ਜਦੋਂ ਇੱਕ ਇੱਕ ਕਰਕੇ ਸਾਰੇ ਸਾਥ ਛੱਡ ਜਾਂਦੇ ਤੇ ਤੂੰ ਸਦਾ ਨਾਲ ਹੀ ਰਹਿਣਾ। ਤੇ ਭਾਈ ਲਹਿਣਾ ਜੀ ਨੇ ਕਿਹਾ, ਕਿਸੇ ਦਾ ਕੋਈ ਟਿਕਾਣਾ, ਕਿਸੇ ਦਾ ਕੋਈ ਟਿਕਾਣਾ, ਮੇਰਾ ਤੇ ਤੁਹਾਡੇ ਤੋਂ ਬਿਨਾ ਕੋਈ ਟਿਕਾਣਾ ਨਹੀਂ। ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜਾ ਰੋਏ, ਜਾਂ ਲੱਗ ਚਿਤ ਨਾ ਆਵਈ। ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਫਿਰ ਇਹ ਤੁਹਾਡਾ ਅੰਤਮ ਨਿਰਣਾ ਵੀ ਤੁਹਾਡਾ ਸਾਡੇ ਤੋਂ ਬਿਨਾ ਕੋਈ ਟਿਕਾਣਾ ਨਹੀਂ। ਕਹਿਣ ਲੱਗੇ, ਜੀ ਬਿਲਕੁਲ ਅੰਤਮ ਨਿਰਣਾ। ਤੇ ਮੇਰੇ ਗੁਰੂ ਨਾਨਕ ਨੇ ਏਡੀ ਵਡਿਆਈ ਦੇ ਦਿੱਤੀ। ਕਹਿਣ ਲੱਗੇ, ਲੈਣਿਆ ਜੇ ਤੇਰਾ ਸਾਡੇ ਤੋਂ ਬਿਨਾ ਕੋਈ ਟਿਕਾਣਾ ਨਹੀਂ ਤੇ ਸਾਡਾ ਹੁਣ ਤੇਰੇ ਤੋਂ ਬਿਨਾ ਕੋਈ ਟਿਕਾਣਾ ਨਹੀਂ। ਅਸੀਂ ਜੋਤ ਕਰਕੇ ਤੇਰੇ ਵਿੱਚ ਟਿਕਾਂਗੇ। ਉਸ ਵੇਲੇ ਫਿਰ ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵੰਦ। ਜਦੋਂ ਵੀ ਕੋਈ ਕਵੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪੇ ਗੁਰ ਚੇਲਾ, ਤੇ ਕਿਆ ਕਰੋ ਵੀ ਉਹਨਾਂ ਨੇ ਇਹ ਉਹੀ ਬਖਸ਼ਿਸ਼ ਕੀਤੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਤੇ ਕੀਤੀ ਸੀ। ਗੁਰੂ ਨਾਨਕ ਸਾਹਿਬ ਵੀ ਆਪੇ ਗੁਰ ਚੇਲਾ ਨੇ। ਗੁਰ ਚੇਲੇ ਰਹਿ ਰਾਸ ਕੀ, ਇੱਕ ਤਾਂ ਰਹਿ ਰਾਸ ਦਾ ਅਰਥ ਹੈ ਕਿ ਹਰ ਕੀਰਤ ਹਮਰੀ ਰਹਿ ਰਾਸ, ਵੀ ਹਰੀ ਦੀ ਕੀਰਤੀ ਸਾਡੇ ਜੀਵਨ ਦੀ ਰਹੁ ਰੀਤ ਹੈ, ਸਾਡੇ ਜੀਵਨ ਦੀ ਰਾਸ ਪੂੰਜੀ ਹੈ। ਪਰ ਜਦੋਂ ਇਹੀ ਰਹਿ ਰਾਸ ਲਫ਼ਜ਼ ਸਿੱਧ ਗੋਸ਼ਟ ਵਿੱਚ ਆਉਂਦਾ ਹੈ, ਤਿਸ ਅੱਗੇ ਰਹਿ ਰਾਸ ਹਮਾਰੀ, ਤੇ ਜਾਂ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਦੀ ਵਾਰ ਵਿੱਚ ਆਉਂਦਾ ਹੈ ਕਿ ਗੁਰੂ ਨਾਨਕ ਜੀ ਨੇ ਆਪਣੇ ਚੇਲੇ ਗੁਰੂ ਅੰਗਦ ਦੇਵ ਜੀ ਦੇ ਅੱਗੇ ਰਹਿ ਰਾਸ ਕੀਤੀ। ਉੱਥੇ ਰਹਿ ਰਾਸ ਦਾ ਅਰਥ ਹੈ ਬੇਨਤੀ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵੰਦੈ। ਗੁਰੂ ਨਾਨਕ ਜੀ ਨੇ ਆਪਣੀ ਸਰੀਰਕ ਸਲਾਮਤੀ ਦੇ ਵਿੱਚ, ਤਾਂ ਕਿ ਬਾਅਦ ਵਿੱਚ ਕੋਈ ਰੌਲਾ ਨਾ ਪਵੇ, ਸਹਿ ਟਿੱਕਾ ਦਿਤੋਸ ਜੀਵੰਦੈ। ਆਪਣੇ ਜਿਉਂਦਿਆਂ ਜੀ ਥਾਪਿਆ ਲੈਣਾ ਜੀਵੰਦੈ, ਗੁਰਿਆਈ ਸਿਰ ਛਤਰ ਫਰਾਇਆ। ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਾਜਿਆ ਤੇ ਸਿੱਖਾਂ ਨੇ ਪੁੱਛਿਆ, ਸਤਿਗੁਰੂ ਜੀ ਖਾਲਸੇ ਨਾਲ ਕਿੰਨਾ ਕੁ ਪਿਆਰ ਹੈ? ਕਹਿਣ ਲੱਗੇ, ਜਿੰਨਾ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਅੰਗਦ ਦੇਵ ਜੀ ਨਾਲ। ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੋ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ। ਕਹਿਣ ਲੱਗੇ, ਸ਼ੰਕਾ ਨਾ ਕਰੀਜੈ, ਸਾਵਧਾਨ ਹੋਏ ਦੀਜੈ ਮੋਹੇ, ਅਬ ਅੰਮ੍ਰਿਤ ਛਕਾਵੋ ਮੋਹੇ, ਜੈਸੇ ਤੁਮ ਲੀਨਿਓ। ਭਾਈ ਲਹਿਣਾ ਗੁਰੂ ਦਾ ਅੰਗ ਬਣ ਗਿਆ ਤੇ ਲਕਬ ਮਿਲਿਆ ਅੰਗਦ। ਤੇ ਅਸੀਂ ਕਹਿੰਦੇ ਆ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਡੇ ਦੂਸਰੇ ਪਾਤਸ਼ਾਹ। ਤੇ ਸਾਹਿਬ ਕਲਗੀਧਰ ਪਾਤਸ਼ਾਹ ਨੇ ਖਾਲਸੇ ਬਾਰੇ ਕਿਹਾ ਸੀ ਕਿ ਨਾ ਭਾਵੇਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਖਾਲਸਾ ਮੇਰੋ ਮੁਖ ਹੈ ਅੰਗਾ। ਜਿਵੇਂ ਲੈਣੇ ਨੂੰ ਅੰਗਦ ਬਣਾ ਲਿਆ ਤੇ ਖਾਲਸੇ ਨੂੰ ਆਪਣਾ ਮੁੱਖ ਅੰਗ ਕਰ ਦਿੱਤਾ। ਲੈਣੇ ਸੇ ਅੰਗਦ, ਅੰਗਦ ਸੇ ਅੱਲਾ ਕਰ ਦਿਆ। ਜਦੋਂ ਗੁਰੂ ਕਿਰਪਾ ਕਰਦਾ ਨਾ ਤੇ ਫਿਰ ਸੱਚੀ ਮੁੱਚੀ ਤਿਆਗ ਮੱਲ ਤੇਗ ਬਹਾਦਰ ਬਣ ਜਾਂਦਾ। ਹੁਣ ਨਾਮ ਤਾਂ ਤਿਆਗ ਮੱਲ ਸੀ ਨਾ, ਪਰ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਬਾਲਕ ਤਿਆਗ ਮੱਲ ਨੇ ਇੰਨੀ ਬਹਾਦਰੀ ਨਾਲ ਤੇਗ ਚਲਾਈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਕਿਹਾ, ਇਹ ਮੇਰਾ ਤਿਆਗ ਮੱਲ ਨਹੀਂ,
ਇਹ ਮੇਰਾ ਤੇਗ ਬਹਾਦਰ ਹੈ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਤਿਆਗ ਤੋਂ ਬਹਾਦਰ ਦਾ ਲਕਬ ਮਿਲ ਜਾਂਦਾ ਹੈ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਇੱਕ ਤਾਂ ਜੋਤੀ ਜੋਤ ਦਾ ਅਰਥ ਹੁੰਦਾ ਹੈ ਅਕਾਲ ਚਲਾਣਾ, ਤੇ ਇੱਕ ਜੋਤੀ ਜੋਤ ਦਾ ਮਤਲਬ ਹੈ ਕਿ ਸਾਡੇ ਅੰਦਰ ਦੀ ਜਿਹੜੀ ਜੋਤ ਹੈ ਜਦੋਂ ਪਰਮਾਤਮਾ ਦੀ ਜੋਤ ਨਾਲ ਮਿਲ ਜੇ, ਜਿਹਨੂੰ ਆਪਾਂ ਕਹਿੰਦੇ ਆ ਕਿ ਟੁੱਟੀ ਹੋਈ ਲਿਵ ਜੁੜ ਜੇ। ਤੇ ਇਹ ਲਿਵ ਜੋੜਦਾ ਕੌਣ ਹੈ? ਟੂਟੀ ਗਾਂਡਨਹਾਰ ਗੋਪਾਲ। ਜਦੋਂ ਪਰਮਾਤਮਾ ਤੇ ਸਤਿਗੁਰੂ ਕਿਰਪਾ ਕਰਕੇ ਟੁੱਟੀ ਹੋਈ ਲਿਵ ਨੂੰ ਜੋੜ ਦਿੰਦੇ ਨੇ ਤੇ ਸਮਝ ਲੈਣਾ ਸਿੱਖ ਦੇ ਅੰਦਰ ਦੀ ਜੋਤ ਪਰਮਾਤਮਾ ਦੀ ਜੋਤ ਨਾਲ ਮਿਲ ਕੇ ਇੱਕ ਮਿਕ ਹੋ ਗਈ। ਤੇ ਉੱਥੇ ਫਿਰ ਕਿਸੇ ਪ੍ਰਕਾਰ ਦਾ ਕੋਈ ਭਿੰਨ ਭੇਦ ਜਾਂ ਕੋਈ ਅੰਤਰ ਨਾ ਰਿਹਾ। ਸਾਹਿਬ ਕਹਿਣ ਲੱਗੇ ਉਸ ਅਵਸਥਾ ਵਿੱਚ ਪਹੁੰਚ ਕੇ ਪਰਮਾਤਮਾ ਵਿੱਚ, ਗੁਰੂ ਵਿੱਚ ਤੇ ਗੁਰੂ ਦੇ ਸਾਜੇ ਹੋਏ ਖਾਲਸੇ ਵਿੱਚ ਕੋਈ ਅੰਤਰ ਨਹੀਂ। ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਨ ਭੇਵ। ਜਾਂ ਮੈਂ ਰੰਚਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰ ਨਾਨਕ ਸਾਖੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਕਿਹਾ, ਇਹ ਮੇਰਾ ਤਿਆਗ ਮਲ ਨਹੀਂ, ਮੇਰਾ ਤੇਗ ਬਹਾਦਰ ਹੈ। ਤੇ ਇਸ ਯੁੱਧ ਦੀ ਇਹ ਖਾਸੀਅਤ ਸੀ ਕਿ ਇਸ ਯੁੱਧ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਾਂ ਨਾਨਕੀ ਨੇ ਵੀ ਵੇਖਿਆ ਕਿ ਮੇਰਾ ਹੋਣਹਾਰ ਸੁਪੁੱਤਰ, ਮੇਰਾ ਬਾਲਕ ਕਿੰਨੀ ਬਹਾਦਰੀ ਨਾਲ ਜੂਝਿਆ। ਤੇ ਖਾਸ ਕਰਕੇ ਭਾਈ ਲਾਲ ਚੰਦ ਦੀ ਪੁੱਤਰੀ ਸਾਡੀ ਸਤਿਕਾਰਯੋਗ ਮਾਤਾ ਗੁਜਰੀ, ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰ ਕੌਰ ਕਹਿੰਦੇ ਆ, ਉਹਨਾਂ ਨੇ ਵੀ ਕੋਠੇ ਦੀ ਛੱਤ ਤੇ ਚੜ੍ਹ ਕੇ ਖਲੋ ਕੇ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੂਝਦਿਆਂ ਵੇਖਿਆ ਸੀ। ਤੇ ਮਾਂ ਗੁਜਰੀ ਦੇ ਵਿੱਚ ਉਸ ਦਿਨ ਤੋਂ ਬਾਅਦ ਇੰਨੀ ਬਹਾਦਰੀ ਦਾ ਜਜ਼ਬਾ ਭਰਿਆ ਗਿਆ ਕਿ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਣ ਲਈ ਦਿੱਲੀ ਵੱਲ ਗਏ, ਚਾਹੇ ਉਹਨਾਂ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਆਇਆ, ਚਾਹੇ ਰਣਜੀਤ ਨਗਾਰਾ ਵੱਜਿਆ, ਖਾਲਸੇ ਦੀ ਸਾਜਨਾ ਹੋਈ, ਮਸੰਦਾਂ ਦੀ ਵਿਰੋਧਤਾ, ਛੋਟੇ ਵੱਡੇ ਧਰਮ ਯੁੱਧ ਲੜੇ ਗਏ, ਚਾਹੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਚਾਹੇ ਸਰਸਾ ਦਾ ਕੰਡਾ ਆਇਆ, ਕੁੰਮੇ ਮਾਸ਼ਕੀ ਦੀ ਸ਼ਨ, ਗੰਗੂ ਰਸੋਈਏ ਦਾ ਘਰ ਆਇਆ, ਚਾਹੇ ਮੁਰਿੰਡਾ ਥਾਣਾ, ਚਾਹੇ ਫਿਰ ਠੰਡਾ ਬੁਰਜ ਤੇ ਸਰਹੰਦ ਦੀ ਦੀਵਾਰ ਆਈ, ਅਖੀਰ ਤੱਕ ਮਾਂ ਗੁਜਰੀ ਦੀ ਪ੍ਰੀਤ ਜਿਹੜੀ ਸੀ ਉਹ ਪਰਮਾਤਮਾ ਨਾਲ ਨਿਭੀ। ਸੇਵਕ ਕੀ ਓੜਕ ਨਿਭੀ ਪ੍ਰੀਤ। ਇਹ ਨੇ ਸਾਡੀਆਂ ਮਾਵਾਂ। ਵੀ ਆਪਾਂ ਕਹੀ ਚੱਲੀਏ ਵੀ ਦੂਜੇ ਧਰਮਾਂ ਵਿੱਚ ਜਿਵੇਂ ਔਰਤ ਦਾ ਕੋਈ ਬਹੁਤਾ ਸਤਿਕਾਰ ਨਹੀਂ, ਵੀ ਸ਼ਾਇਦ ਹਰ ਔਰਤ ਹਰ ਇਸਤਰੀ ਜਿਹੜੀ ਹੈ, ਨਹੀਂ। ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਂ ਖੀਵੀ ਦਾ ਜ਼ਿਕਰ ਹੈ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਵਿੱਤਰ ਬਚਨ ਨੇ ਕਿ ਮਾਂ ਖੀਵੀ ਨੇ, ਜੋ ਗੁਰੂ ਅੰਗਦ ਦੇਵ ਜੀ ਦੇ ਧਰਮ ਪਤਨੀ ਸਨ, ਉਹਨਾਂ ਨੇ ਮਰਦਾਂ ਵਾਲੀ ਘਾਲ ਘਾਲੀ। ਤੇ ਜਦੋਂ ਸਿੱਖ ਦੇ ਰੂਪ ਵਿੱਚ ਵੇਖਾਂਗੇ ਤੇ ਮਾਈ ਭਾਗੋ ਦੀ ਮਰਦਾਨਗੀ ਕੋਈ ਲੁਕੀ ਛਿਪੀ ਨਹੀਂ, ਜਿਨੇ ਬੇਮੁਖ ਹੋਏ ਸਿੱਖਾਂ ਦਾ ਬਦਾਵਾ ਪੜਵਾ ਕੇ ਉਹਨਾਂ ਨੂੰ 40 ਮੁਕਤਿਆਂ ਦਾ ਖਿਤਾਬ ਦਿਵਾਇਆ ਗੁਰੂ ਤੋਂ। ਤੇ ਉਹ ਖਿਦਰਾਣੇ ਦੀ ਢਾਬ ਜਿਹੜੀ ਫਿਰ ਮੁਕਤਸਰ ਸਾਹਿਬ ਬਣ ਗਈ, ਇਹ ਸਾਰਾ ਕੁਝ ਉਸ ਮਾਈ ਭਾਗੋ ਕਰਕੇ ਹੋਇਆ, ਜਿਨੇ ਪੂਰੀ ਮਰਦਾਨਗੀ ਦੇ ਨਾਲ ਆਪਣੇ ਸਿੱਖ ਭਰਾਵਾਂ ਦੀ ਅਗਵਾਈ ਕਰਕੇ ਉਹਨਾਂ ਵਿਛੜਿਆਂ ਹੋਇਆਂ ਨੂੰ ਫਿਰ ਗੁਰੂ ਦਰ ਤੇ ਲਿਜਾ ਕੇ ਉਹਨਾਂ ਦੀ ਟੁੱਟੀ ਗੰਢਾ ਦਿੱਤੀ। ਭਾਵ ਅੱਜ ਜਦੋਂ ਅਸੀਂ ਵੇਖਾਂਗੇ ਕਿ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣਾ ਜੀ, ਉਹਨਾਂ ਦਾ ਗੁਰੂ ਨਾਨਕ ਸਾਹਿਬ ਨਾਲ ਕਿੰਨਾ ਪਿਆਰ ਸੀ। ਕਵੀ ਸੰਤੋਖ ਸਿੰਘ ਜੀ ਨੂੰ ਪੜ੍ਹੋ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਅੰਦਰ ਉਹਨਾਂ ਜ਼ਿਕਰ ਕੀਤਾ ਕਿ ਤ੍ਰਿਪਤਾ ਨੇ ਜਾਣਿਓ ਸੁੱਤ, ਕਾਲੂ ਨੇ ਜਾਣਿਓ ਪੁੱਤ, ਲਾਲੂ ਨੇ ਭਤੀਜਾ, ਮੂਲੇ ਜਾਣਿਓ ਸੋ ਜਵਾਈ ਹੈ। ਚੰਦੋ ਰਾਣੀ ਸੰਬੰਧੀ ਜੈ ਰਾਮ ਸਾਲੇ ਘਰ, ਮੂਰਖੋਂ ਨੇ ਜਾਣਿਓ ਕਿ ਨਾਨਕ ਕੁਰਾਈ ਹੈ। ਸ਼੍ਰੀ ਚੰਦ ਲਖਮੀ ਦਾਸ ਜਾਣਿਓ ਬਾਪ ਕਰ, ਨਾਨਕੀ ਨੇ ਜਾਣਿਓ ਰਾਮ ਰੂਪ ਮੇਰੋ ਭਾਈ ਹੈ। ਜੇ ਘਰ ਵਿੱਚੋਂ ਗੁਰੂ ਨਾਨਕ ਜੀ ਨੂੰ ਕਿਸੇ ਨੇ ਪਰਮੇਸ਼ਰ ਰੂਪ ਜਾਣਿਆ ਤੇ ਉਹ ਸਾਡੀ ਸਤਿਕਾਰਯੋਗ ਭੈਣ ਬੇਬੇ ਨਾਨਕੀ,
ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਭੈਣ ਜੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਾਨਕੀ ਨੇ ਜਾਣਿਓ RAM ਰੂਪ ਮੇਰੋ ਭਾਈ ਹੈ, ਸ਼੍ਰੀ ਗੁਰੂ ਅੰਗਦ ਨੇ ਜਾਣਿਓ ਅਕਾਲ ਰੂਪ, ਰਾਏ ਜੀ ਬਲਾਰ ਕੋ ਪ੍ਰਤੀਤ ਭਲੀ ਆਈ ਹੈ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਰੂਪ ਜਾਣਿਆ, ਤੇ ਜਦੋਂ ਪੂਰੀ ਪਰਖ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਵਡਿਆਈ ਦਿੱਤੀ, ਤੇ ਉਦੋਂ ਕਈਆਂ ਨੇ ਕਿਹਾ ਵੀ ਲੋਕੀ ਤਾਂ ਸਾਰਾ ਕੁਝ ਆਪਣੇ ਪੁੱਤਰਾਂ ਦੀ ਝੋਲੀ ਵਿੱਚ ਪਾਉਂਦੇ ਨੇ, ਤੇ ਤੁਸੀਂ ਸਭ ਕੁਝ ਆਪਣੇ ਸੇਵਕ ਨੂੰ ਦੇ ਦਿੱਤਾ। ਸਾਹਿਬ ਕਹਿਣ ਲੱਗੇ, ਪੁੱਤਰ ਧੀਆਂ ਉਹੀਓ ਹੁੰਦੇ ਨੇ ਨਾ ਜਿਨ੍ਹਾਂ ਤੇ ਮਾਣ ਕਰਕੇ ਆਪਾਂ ਕਹੀਏ ਵੀ ਇਹ ਸਾਡੀਆਂ ਅੱਖੀਆਂ ਦੇ ਤਾਰੇ, ਇਹ ਸਾਡੇ ਘਰ ਦਾ ਚਾਨਣ, ਇਹ ਸਾਡੀ ਕੁੱਲ ਨੂੰ ਅੱਗੇ ਰਸ਼ਨਾਉਣ ਵਾਲੇ। ਤੇ ਸਾਹਿਬ ਕਹਿਣ ਲੱਗੇ, ਫਿਰ ਸੱਚੀ ਗੱਲ ਤਾਂ ਇਹ ਹੈ ਕਿ ਮੇਰੇ ਘਰ ਦਾ ਚਾਨਣ ਮੇਰਾ ਸੇਵਕ ਭਾਈ ਲਹਿਣਾ ਹੈ, ਮੇਰੀਆਂ ਅੱਖੀਆਂ ਦਾ ਤਾਰਾ ਵੀ ਉਹ ਹੈ ਜਿਹਦੇ ਹਿਰਦੇ ਵਿੱਚੋਂ ਇਹ ਬਚਨ ਨਿਕਲੇ ਨੇ, ਜਿਸ ਪਿਆਰੇ ਸਿਉ ਨੇਹ ਤਿਸ ਅੱਗੇ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਂਕੈ ਪਾਸ਼ੈ ਜੀਵਨਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਵੇਂ ਇੱਕ ਮਾਂ ਕਹਿੰਦੀ ਹੈ, ਆ ਮੇਰਾ ਪੁੱਤ, ਆ ਮੇਰੀ ਧੀ, ਮੇਰੀਆਂ ਅੱਖਾਂ ਦਾ ਤਾਰਾ, ਮੇਰੇ ਘਰ ਦਾ ਚਾਨਣ, ਮੇਰੀ ਕੁਲ ਦਾ ਚਿਰਾਗ। ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਚਿਰਾਗ, ਗੁਰੂ ਨਾਨਕ ਸਾਹਿਬ ਦੇ ਘਰ ਦਾ ਚਾਨਣ ਭਾਈ ਲਹਿਣਾ ਹੈ। ਬਬਾਣਾ ਘਰ ਚਾਨਣ ਲਹਿਣਾ, ਗੁਰੂ ਨਾਨਕ ਸਾਹਿਬ ਦੇ ਘਰ ਦਾ ਚਾਨਣ, ਗੁਰੂ ਨਾਨਕ ਸਾਹਿਬ ਦੇ ਘਰ ਦਾ ਚਿਰਾਗ, ਗੁਰੂ ਨਾਨਕ ਸਾਹਿਬ ਦੀਆਂ ਅੱਖੀਆਂ ਦਾ ਤਾਰਾ, ਸਭ ਤੋਂ ਪਿਆਰਾ ਭਾਈ ਲਹਿਣਾ, ਜਿਨ੍ਹਾਂ ਨੂੰ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਬਣਾ ਦਿੱਤਾ। ਤੇ ਜਿਸ ਦਿਨ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਹ ਵਡਿਆਈ ਬਖਸ਼ਿਸ਼ ਕੀਤੀ, ਤੇ ਅਸੀਂ ਪੜ੍ਹਦੇ ਹਾਂ, ਵਿੱਚ ਕਰਤਾਰਪੁਰੇ ਜਗਰਾਈ, ਗੁਰ ਅੰਗਦ ਕੋ ਦੀਨ ਵਡਾਈ, ਆਪਨ ਕੀਨ ਸੱਚਖੰਡ ਪਿਆਨਾ, ਜੋਤ ਰੂਪ ਬਿਬ ਤਨ ਪਲਟਾਨਾ, ਜਿਉ ਅਦਪਤ ਇੱਕ ਪੋਸ਼ਿਸ਼ ਤਜ ਕੈ, ਬੈਠੇ ਆਨ ਸਭਾ ਮੈਂ ਸਜ ਕੈ, ਤਿਉ ਖਡੂਰ ਮੈਂ ਆਨ ਬਰਾਜੇ, ਜਿਨ ਸਿਮਰਨ ਸਭ ਕਲਮਲ ਭਾਜੇ। ਵੀ ਜਿਵੇਂ ਇੱਕ ਰਾਜਾ ਅਗਲੇ ਭਲਕ ਆਪਣੀ ਪੁਸ਼ਾਕ ਬਦਲ ਕੇ ਫਿਰ ਸਿੰਘਾਸਨ ਤੇ ਆ ਕੇ ਬੈਠਦਾ, ਪੁਸ਼ਾਕ ਬਦਲੀ ਹੈ, ਰਾਜਾ ਨਹੀਂ ਬਦਲਿਆ, ਕੇਵਲ ਇੱਕ ਕਾਇਆ ਦਾ ਆਦਾਨ ਪ੍ਰਦਾਨ ਹੋਇਆ। ਭਾਵ ਗੁਰੂ ਨਾਨਕ ਜੀ ਨੇ ਕਾਇਆ ਦਾ ਬਦਲਾਅ ਕਰਕੇ ਆਪਣਾ ਰੂਪ ਵਟਾ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਵਿੱਚ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ। ਜਦੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣੇ। ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ, ਜਿਹੜੀ ਜੋਤ ਗੁਰੂ ਨਾਨਕ ਸਾਹਿਬ ਦੇ ਅੰਦਰ ਜਗਦੀ ਸੀ ਉਹੀਓ ਹੁਣ ਭਾਈ ਲਹਿਣਾ ਜੀ ਜਗਾ ਰਹੇ, ਕਿਉਂਕਿ ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਆ। ਇਹ ਜੋਤ ਦਸਾਂ ਜਾਮਿਆਂ ਵਿੱਚ ਵਿਚਰੀ, ਤੇ ਅੱਜ ਗੁਰੂ ਘਰ ਦੇ ਗ੍ਰੰਥੀ ਸਾਹਿਬ ਜਦੋਂ ਅਰਦਾਸ ਕਰਦੇ ਨੇ ਤੇ ਅਰਦਾਸ ਵਿੱਚ ਪਤਾ ਕੀ ਕਿਹਾ ਜਾਂਦਾ ਹੈ? ਦਸਾਂ ਪਾਤਸ਼ਾਹੀਆਂ ਦੀ ਜੋਤ। ਪਾਤਸ਼ਾਹੀਆਂ 10, ਜੋਤਾਂ 10 ਨਹੀਂ। ਇਹਦਾ ਮਤਲਬ ਸਾਡਾ ਗੁਰੂ ਇੱਕੋ ਹੀ ਹੈ। ਉਹ ਹੈ ਗਿਆਨ ਰੂਪੀ ਜੋਤ, ਸ਼ਬਦ ਰੂਪੀ ਜੋਤ। ਜਿਹੜਾ ਗੁਰੂ ਨਾਨਕ ਸਾਹਿਬ ਦੇ ਅੰਦਰ ਸ਼ਬਦ ਰੂਪੀ ਗਿਆਨ ਰੂਪੀ ਜੋਤ ਸੀ, ਉਹ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਹੈ। ਪਾਤਸ਼ਾਹੀਆਂ 10, ਟਿਕਾਣੇ 10, ਪਰ ਜੋਤਾਂ 10 ਨਹੀਂ। ਜੋਤ ਇੱਕ ਵਚਨ ਹੈ। ਮੇਰਾ ਖਿਆਲ ਵੀ ਜੇ ਗ੍ਰੰਥੀ ਸਿੰਘ ਦੁਨਿਆਵੀ ਤੌਰ ਤੇ ਬਹੁਤੀ ਪੜ੍ਹਾਈ ਨਾ ਵੀ ਕੀਤੀ ਹੋਵੇ ਤੇ ਉਹਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ, ਭਾਵ ਟਿਕਾਣੇ 10, ਪਾਤਸ਼ਾਹੀਆਂ 10, ਤੇ ਜੋਤ ਇੱਕੋ ਹੀ। ਜਿਹੜੀ ਜੋਤ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਕਹਿੰਦੇ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਕੇ ਖਡੂਰ ਸਾਹਿਬ ਦੀ ਧਰਤੀ ਤੇ ਆਏ, ਤੇ ਖਡੂਰ ਸਾਹਿਬ ਵਸਦਿਆਂ ਵਿੱਚ ਹੋ ਗਿਆ। ਹੁਣ ਵਸਦਾ ਤੇ ਪਹਿਲਾਂ ਵੀ ਸੀ, ਘੁੱਗ ਵਸਦਾ ਸ਼ਹਿਰ, ਪਰ ਸਾਹਿਬ ਕਹਿੰਦੇ ਨਹੀਂ, ਅਸਲ ਵਸਦਾ ਉਹਨੂੰ ਕਵੋ ਜਿੱਥੇ ਮਾਲਕ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਜਿੱਥੇ ਮਾਲਕ ਦੇ ਗੁਣ ਗਾਏ ਜਾਂਦੇ ਹੋਣ ਤੇ ਜਿੱਥੇ ਮਾਲਕ ਦੀ ਇਬਾਦਤ ਨਾ ਕੀਤੀ ਜਾਂਦੀ ਹੋਵੇ, ਉਹ ਤਾਂ ਉਜਰ ਮੇਰੇ ਭਾਏ। ਭਗਤ ਜੀ ਕਹਿੰਦੇ ਨੇ ਮੇਰੇ ਭਾ ਦਾ ਉਹ ਉਜਾੜ ਹੀ ਹੈ, ਉਹ ਵਸਦੇ ਹੋਏ ਨਗਰ ਨਹੀਂ। ਜਦੋਂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚੇ
ਤੇ ਉਹਨਾਂ ਨਾਲ ਬਰਕਤਾਂ ਉੱਥੇ ਗਈਆਂ, ਉਹਨਾਂ ਨਾਲ ਸ਼ੁਭ ਗੁਣ ਉੱਥੇ ਗਏ। ਤੇ ਜਦੋਂ ਅਸੀਂ ਪੜ੍ਹਦੇ ਹਾਂ ਗੁਰੂ ਕੀ ਬਾਣੀ ਦਾ ਇਹ ਸ਼ਬਦ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਲੱਭ ਵਣਾਹੇ ਮਾਨਸਾ ਜਿਉ ਪਾਣੀ ਬੂਰ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ, ਜਿਤ ਸੋ ਹਾਥ ਨਾ ਲੱਭਈ ਤੂੰ ਓ ਠਰੂਰ, ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੂਰ, ਨੇੜੈ ਦਿਸੈ ਮਾਤ ਲੋਕ ਤੁਧ ਸੁਝੈ ਦੂਰ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਜਿੱਥੇ ਗੁਰਮੁਖੀ ਲਿਪੀ ਨੂੰ ਇਕਸਾਰਤਾ ਦਿੱਤੀ, ਕਿਉਂਕਿ ਪਹਿਲਾਂ ਸੱਸੇ ਤੋਂ ਸ਼ੁਰੂ ਹੁੰਦੀ ਸੀ, ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ ਨੂੰ ਤਰਤੀਬ ਦੇ ਕੇ ਊੜੇ ਤੋਂ ਸ਼ੁਰੂ ਕੀਤਾ। ਇਸੇ ਤਰ੍ਹਾਂ ਮੱਲ ਅਖਾੜਾ ਰਚਿਆ। ਸਤਿਗੁਰੂ ਜੀ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਕੇ ਜਦੋਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਰਸਾ ਸੀ ਉਹਨੂੰ ਬੁਲੰਦੀਆਂ ਤੇ ਪਹੁੰਚਾ ਰਹੇ ਸਨ, ਤੇ ਪਰਵਾਹ ਕੋਈ ਨਹੀਂ ਜਦੋਂ ਹਾਰਿਆ ਹੋਇਆ ਹਮਾਯੂ ਖਡੂਰ ਸਾਹਿਬ ਦੀ ਧਰਤੀ ਤੇ ਆਉਂਦਾ ਤੇ ਸੋਚਦਾ ਵੀ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣਾ ਛੱਡ ਕੇ ਮੈਨੂੰ ਸਲਾਮ ਕਹਿਣਗੇ, ਮੇਰਾ ਸਤਿਕਾਰ ਕਰਨਗੇ। ਪਰ ਸਤਿਗੁਰੂ ਜੀ ਉਵੇਂ ਮਸਰੂਫ ਰਹੇ। ਖਿਜੇ ਹੋਏ ਹਮਾਯੂ ਨੇ ਜਦੋਂ ਮਿਆਨ ਵਿੱਚੋਂ ਤਲਵਾਰ ਕੱਢਣ ਲਈ ਦਸਤੇ ਤੇ ਹੱਥ ਪਾਇਆ, ਤੇ ਜਿਸ ਗੁਰੂ ਨਾਨਕ ਸਾਹਿਬ ਨੇ ਕਦੇ ਕਿਹਾ ਸੀ ਬਾਬਰ ਤੂੰ ਜਾਬਰ ਹੈ, ਰਾਜੇ ਸ਼ੀਮ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਅੱਜ ਗੁਰੂ ਨਾਨਕ ਸਾਹਿਬ ਦਾ ਦੂਸਰਾ ਰੂਪ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਰਾਜਨ ਇਹ ਹਾਰੀ ਹੋਈ ਤਲਵਾਰ ਇੱਕ ਫਕੀਰ ਤੇ ਕਿਉਂ ਉੱਠਦੀ ਹੈ? ਇਹ ਉਦੋਂ ਕਿੱਥੇ ਗਈ ਸੀ ਜਦੋਂ ਤੈਨੂੰ ਸ਼ੇਰਸ਼ਾਹ ਸੂਰੀ ਨੇ ਹਰਾ ਕੇ ਇੱਧਰ ਭੇਜਿਆ? ਉਹ ਫਿਰ ਮਿਆਨ ਵਿੱਚ ਚਲੀ ਗਈ। ਸਤਿਗੁਰੂ ਜੀ ਨੇ ਖਰੀਆਂ ਖਰੀਆਂ ਸੁਣਾਈਆਂ, ਕਹਿਣ ਲੱਗੇ ਮਾਲਕ ਦੀ ਕਿਰਪਾ ਦੇ ਨਾਲ ਪਾਤਸ਼ਾਹੀਆਂ ਮਿਲਦੀਆਂ ਨੇ, ਪਰ ਜਦੋਂ ਬੰਦਾ ਭੁੱਲ ਜਾਂਦਾ ਜਨਤਾ ਉੱਪਰ ਲੋਕਾਂ ਉੱਪਰ ਇਹ ਕਈ ਤਰ੍ਹਾਂ ਦੇ ਤਸ਼ੱਦਦ ਤੇ ਕਹਿਰ ਕਰਦਾ ਤੇ ਫਿਰ ਮਾਲਕ ਉਹ ਪਾਤਸ਼ਾਹੀਆਂ ਖੋ ਵੀ ਲੈਂਦਾ, ਕਿਉਂਕਿ ਦਾਨੁੰਗ ਪਰਾ ਪੂਰਬੇਣ ਪੁਝੰਤੇ ਮਹੀਪ ਤੇ, ਵਿਪਰੀਤ ਬੁੱਧਿੰ ਮਾਰਤ ਲੋਕੈ ਨਾਨਕ ਚਰਿੰਗ ਕਾਲ ਦੁੱਖ ਭੋਗਤੇ। ਜਿਨ੍ਹਾਂ ਲੋਕਾਂ ਨੇ ਚੁਣ ਕੇ ਭੇਜਿਆ ਹੁੰਦਾ ਫਿਰ ਉਹ ਰਾਜਾ ਉਹਨਾਂ ਨੂੰ ਹੀ ਮਾਰਨਾ ਸ਼ੁਰੂ ਕਰ ਦਿੰਦਾ, ਤੇ ਫਿਰ ਉਹਦੇ ਰਾਜ ਭਾਗ ਨੂੰ ਖਤਮ ਹੁੰਦਿਆਂ ਕੋਈ ਬਹੁਤਾ ਸਮਾਂ ਨਹੀਂ ਜੇ ਲੱਗਦਾ। ਔਰੰਗਜ਼ੇਬ ਇਹੀ ਕਰ ਰਿਹਾ ਸੀ ਨਾ, ਵੀ ਜੇ ਸਾਹਮਣੇ ਸਕਾ ਪਿਤਾ ਆਇਆ ਤੇ ਕੈਦ ਵਿੱਚ ਪਾਤਾ, ਸਕੇ ਭਰਾਵਾਂ ਦਾ ਕਤਲ ਕਰ ਦਿੱਤਾ, ਸਕੀ ਭੈਣ ਰੋਸ਼ਨ ਆਰਾ, ਸਕੀ ਬੇਟੀ ਜੇਬਲ ਨਿਸਾ ਤੇ ਕਹਿਰ ਢਾਇਆ, ਤੇ ਐਲਾਨ ਕਰ ਦਿੱਤਾ ਵੀ ਕੋਈ ਵੀ ਮੈਨੂੰ ਗੈਰ ਮੁਸਲਮਾਨ ਨਹੀਂ ਦਿਸਣਾ ਚਾਹੀਦਾ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਉਹਨੇ ਐਲਾਨ ਕੀਤਾ ਕਿ ਪਹਿਲਾਂ ਲੋਭ ਦਿਓ, ਫਿਰ ਡਰਾਵਾ ਦਿਓ, ਤੇ ਜੇ ਫਿਰ ਵੀ ਕੋਈ ਮੁਸਲਮਾਨ ਨਹੀਂ ਬਣਦਾ ਉਹਦਾ ਸਿਰ ਕਲਮ ਕਰ ਦਿਓ। ਕਿਛ ਲੋਭ ਦਿਖਾਏ ਜ਼ੁਲਮ ਕਰਾਏ, ਤੁਰਕ ਬਣਾਏ ਬੋ ਹਿੰਦੂ, ਬੋ ਤਗ ਲਹਾਵ ਤਿਲਕ ਚਟਾਵਤ ਅਤ ਸਤਾਵੈ ਤੁਰ ਕਿੰਦੂ। ਤੇ ਉਸ ਵੇਲੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਤਨ ਦਾ ਠੀਕਰਾ ਔਰੰਗਜ਼ੇਬ ਦੀ ਮੁਗਲਿਆ ਜ਼ੁਲਮ ਭਰਪੂਰ ਜਿਹੜੀ ਸਲਤਨਤ ਸੀ ਉਹਦੇ ਸਿਰ ਤੇ ਭੰਨਿਆ। ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਤਨ ਰੂਪੀ ਠੀਕਰੇ ਭੱਜਣ ਦੀ ਦੇਰ ਸੀ, ਗਿਆਨੀ ਗਿਆਨ ਸਿੰਘ ਜੀ ਲਿਖਦੇ, ਤਬ ਤੇ ਘਟੀ ਪਾਤਸ਼ਾਹੀ ਦਿੱਲੀ, ਤਬ ਤੇ ਤੁਰਕ ਕਲਾ ਪਈ ਢਿੱਲੀ। ਕਵੀ ਸੰਤੋਖ ਸਿੰਘ ਹੋਰਾਂ ਲਿਖਿਆ, ਤੇਗ ਬਹਾਦਰ ਧਰਮ ਧੁਜ ਹਰਤਾ ਤੁਰਕਨ ਮੂਲ, ਚਰਨ ਸ਼ਰਨ ਤਾਰਨ ਤਰਨ ਨਮੋ ਹੋਏ ਅਨਕੂਲ। ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਬਿਰਦ ਸੀ ਕਿ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਕਿ ਅਸੀਂ ਸਾਰੀਆਂ ਥਾਵਾਂ ਵੇਖ ਚੁੱਕੇ ਹਾਂ ਪਰ ਨਿਰਾਸ਼ ਹੋ ਕੇ ਮੁੜੇ, ਸਾਡੀ ਬਾਂਹ ਕਿਸੇ ਨੇ ਨਹੀਂ ਪੜੀ, ਉਹਨਾਂ ਬੇਨਤੀ ਕੀਤੀ ਸੀ ਕਿ ਬਾਂਹ ਸਾਡੀ ਪਕੜੀ ਹੈ ਹਰ ਗੋਬਿੰਦ ਕੇ ਨੰਦ, ਹੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਂਹ ਪਕੜ। ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਬਿਰਦ ਕੀ ਹੈ? ਚਾਂਦ ਭੱਟ ਕਵੀ ਨੇ ਲਿਖਿਆ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ, ਬਾਹਾਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹਾਂ ਨਾ ਛੋੜੀਐ।
ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਬਿਰਦ ਜੇ, ਵੀ ਜਿਹਦੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਫੜ ਲੈਂਦੇ ਸਨ, ਫਿਰ ਸਿਰ ਤਾਂ ਕੱਟਿਆ ਜਾ ਸਕਦਾ, ਉਸ ਪਕੜੀ ਹੋਈ ਬਾਂਹ ਦੀ ਲਾਜ ਜ਼ਰੂਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਨਿਭਾਈ ਹੈ। ਜਦੋਂ ਸਾਰੇ ਹੀਲੇ ਕਸ਼ਮੀਰੀ ਪੰਡਤਾਂ ਨੇ ਵਰਤ ਕੇ ਵੇਖ ਲਏ ਪਰ ਕੋਈ ਕੰਮ ਨਾ ਆਇਆ, ਤੇ ਆਖਰ ਨੂੰ ਫਿਰ ਗੁਰੂ ਨਾਨਕ ਸਾਹਿਬ ਦੇ ਘਰ ਵੱਲ ਉਹਨਾਂ ਨੇ ਇਹ ਅਰਜ਼ੋਈ ਕੀਤੀ। ਤੇ ਅੱਜ ਵੀ ਯਤਨ ਕਰੋ ਕਿ ਜਿੱਥੇ ਪੜ੍ਹਦੇ ਆ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਦਈਏ। ਸੰਸਰਾਮ ਦੀ ਧਰਤੀ ਤੇ ਚਾਚਾ ਫੱਗੂ ਜਦੋਂ ਘਰ ਬਣਾਉਂਦਾ ਹੈ ਤੇ ਰਾਜ ਮਿਸਤਰੀਆਂ ਨੂੰ ਕਹਿੰਦਾ ਦੁਆਰ ਏਡੇ ਉੱਚੇ ਰੱਖੋ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਘੋੜੀ ਤੇ ਸਵਾਰ ਹੋ ਕੇ ਆਉਣਾ, ਉਹਨਾਂ ਨੂੰ ਉਤਰਨਾ ਨਾ ਪਵੇ, ਉਹ ਚੜੇ ਚੜਾਏ ਆਉਣ। ਤੇ ਅੱਜ ਦਾ ਸਿੱਖ ਕਹਿੰਦਾ ਵੀ ਮੈਂ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਪੁੱਛੀਏ ਵੀ ਕਿੱਥੇ, ਕਵੇਗਾ ਪੌੜੀਆਂ ਦੇ ਥੱਲੇ। ਵੀ ਆਪਣਾ ਬੈੱਡਰੂਮ ਏਡਾ ਵੱਡਾ, ਡਰਾਇੰਗ ਰੂਮ ਏਡਾ ਵੱਡਾ, ਲੋਬੀ ਏਡੀ ਵੱਡੀ, ਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਥਾਂ ਕਿਹੜੀ, ਪੌੜੀਆਂ ਦੇ ਥੱਲੇ। ਪਰ ਚਾਚਾ ਫੱਗੂ ਕਹਿੰਦਾ ਨਹੀਂ, ਦਰਵਾਜ਼ਾ ਏਡਾ ਉੱਚਾ ਰੱਖਣਾ ਹੈ ਵੀ ਮੇਰਾ ਗੁਰੂ ਤੇਗ ਬਹਾਦਰ ਸਾਹਿਬ ਆਵੇ ਤੇ ਘੋੜੀ ਤੇ ਚੜੇ ਚੜਾਏ ਆਉਣ, ਉਹਨਾਂ ਨੂੰ ਉਤਰਨਾ ਨਾ ਪਵੇ। ਪਹਿਲੀ ਗੱਲ ਤੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਨਾ, ਗੁਰੂ ਘਰ ਆ ਕੇ ਸੰਗਤ ਕਰਿਆ ਕਰੋ, ਸੇਵਾ ਕਰਿਆ ਕਰੋ। ਤੇ ਜੇ ਕਰਨਾ ਵੀ ਹੋਵੇ ਫਿਰ ਘਰ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਚੰਗਾ ਕਮਰਾ ਜਿਹੜਾ ਨਾ, ਉਹ ਘਰ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦਾ, ਉੱਥੇ ਪ੍ਰਕਾਸ਼ ਕਰਿਆ ਕਰੋ। 4 ਪਾਤਸ਼ਾਹੀਆਂ ਨੇ ਜਗ੍ਹਾ ਟਰੇਸ ਕਰਕੇ 5 ਪਾਤਸ਼ਾਹੀਆਂ ਤੱਕ ਹਰਮੰਦਰ ਸਾਹਿਬ ਤਿਆਰ ਕਰਕੇ ਤੇ ਹਰਮੰਦਰ ਸਾਹਿਬ ਵਿੱਚ ਬਿਠਾਇਆ ਕਿਹਨੂੰ ਭਲਾ? ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ। ਇਹਦੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਵੀ ਉਹ ਜਗ੍ਹਾ ਟਰੇਸ ਕੀਤੀ, ਗੁਰੂ ਅੰਗਦ ਦੇਵ ਜੀ ਵੀ ਉੱਥੇ ਆਏ, ਗੁਰੂ ਅਮਰਦਾਸ ਜੀ ਨੇ ਵੀ ਇਸ਼ਾਰਾ ਕੀਤਾ, ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦਾ ਮੁੱਢ ਬੰਨਿਆ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਇਮਾਰਤ ਦੀ ਸੇਵਾ ਕਰਵਾਈ। ਤੇ ਇਹ ਸਾਰਾ ਕੁਝ ਕਰਵਾ ਕੇ ਫਿਰ ਪੋਥੀ ਪਰਮੇਸ਼ਰ ਕਾ ਥਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਦੱਸ ਦਿੱਤਾ, ਸਿੱਖੋ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਤੇ ਫਿਰ ਇਸ ਤਰ੍ਹਾਂ ਦਾ ਅਸਥਾਨ ਚਾਹੀਦਾ। ਭਾਵ ਕਿ ਅਜੇ 5 ਪਾਤਸ਼ਾਹੀਆਂ ਹੋਰ ਆਉਣੀਆਂ, 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਪਰ ਆਪਣੀ ਸਰੀਰਕ ਹਯਾਤੀ ਵਿੱਚ ਹੀ ਇਹ ਸਤਕਾਰ ਜਿਹੜਾ ਸੀ ਗੁਰੂ ਕੀ ਬਾਣੀ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਵਿੱਚ ਬਖਸ਼ਿਸ਼ ਕਰ ਦਿੱਤਾ। ਜਦੋਂ ਕਹਿੰਦੇ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਬੜੀ ਬਹਾਦਰੀ ਨਾਲ ਜੂਝੇ ਗੁਰੂ ਤੇਗ ਬਹਾਦਰ ਸਾਹਿਬ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 3 ਬਖਸ਼ਿਸ਼ਾਂ ਕੀਤੀਆਂ ਸਨ, ਇੱਕ ਰੁਮਾਲ, ਦੂਸਰੀ ਪੋਥੀ ਸਾਹਿਬ ਤੇ ਤੀਸਰੀ ਕਟਾਰ। ਇਹ ਤਿੰਨੇ ਬਖਸ਼ਿਸ਼ਾਂ ਬੀਜ ਮਾਤਰ ਸਨ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਨੂੰ ਇੰਨਾ ਵਧਾਇਆ, ਇੰਨਾ ਲੰਮਿਆ ਕੀਤਾ ਕਿ ਰੁਮਾਲ ਬਣ ਗਿਆ ਧਰਮ ਦੀ ਚਾਦਰ, ਪੋਥੀ ਸਾਹਿਬ ਨਾਲ ਲਿਵ ਜੋੜ ਕੇ 59 ਸ਼ਬਦ ਤੇ 57 ਸ਼ਲੋਕ ਉਚਾਰਨ ਕੀਤੇ, ਤੇ ਜਿਹੜੀ ਕਟਾਰ ਸੀ ਉਹ ਤੇਗ ਦਾ ਰੂਪ ਧਾਰਨ ਕਰ ਗਈ, ਜੋ ਸਾਡੇ ਲਈ ਪ੍ਰੇਰਨਾ ਸਰੋਤ ਹੈ ਕਿ ਕਦੇ ਵੀ ਨਿਰਾਸ਼ ਨਹੀਂ ਹੋਣਾ। ਬੀਜ ਮਾਤਰ ਬਖਸ਼ਿਸ਼ ਹਰ ਇੱਕ ਤੇ ਹੈ, ਤੇ ਜੇ ਅਸੀਂ ਸੱਚਮੁੱਚ ਗੁਰੂ ਨਾਲ ਜੁੜ ਜਾਵਾਂਗੇ ਤੇ ਇਹ ਬੀਜ ਮਾਤਰ ਬਖਸ਼ਿਸ਼ ਚੰਗੀ ਸਤਿਗੁਰੂ ਰੂਪੀ ਧਰਤੀ ਦੇ ਵਿੱਚ ਫਿਰ ਪਨਪੇਗੀ, ਇਹ ਫਲੀਪੂਤ ਹੋਵੇਗੀ, ਬੀਜ ਤੋਂ ਫਲ ਤੱਕ ਪਹੁੰਚ ਜਾਵੇਗੀ। ਤੇ ਜੇ ਆਪਾਂ ਔਜੜੇ ਕੁਰਾਏ ਪੈ ਗਏ ਤੇ ਸੱਚਮੁੱਚ ਇਹ ਬੀਜ ਜਿਵੇਂ ਕਲਰ ਦੀ ਧਰਤੀ ਵਿੱਚ ਬੀਜਿਆ ਜਾਵੇ ਤੇ ਗਲ ਸੜ ਕੇ ਉੱਥੇ ਹੀ ਖਤਮ ਹੋ ਜਾਂਦਾ। ਕਿਹਾ ਸੀ ਨਾ ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਚਤਰਦਾਸ ਨੂੰ ਕਿ ਜਿਹੜਾ ਕੰਮ ਤੂੰ ਕਰ ਰਿਹਾ ਨਾ, ਇਹ ਐਵੇਂ ਆ ਜਿਵੇਂ ਕਲਰ ਦੀ ਧਰਤੀ ਨੂੰ ਸਿੰਜਣਾ ਹੋਵੇ। ਸਾਲ ਗ੍ਰਾਮ ਬਿਪ ਪੂਜ ਮਨਾਵੋ ਸੋਕ੍ਰਿਤ ਤੁਲਸੀ ਮਾਲਾ, ਰਾਮ ਨਾਮ ਜਪ ਬੇੜਾ ਬਾਂਧੋ, ਦਇਆ ਕਰੋ ਦਿਆਲਾ ਕਾਹੇ ਕਲਰਾ ਸਿੰਚੋ, ਜਨਮ ਗਵਾਵੋ ਕਾਚੀ ਢੈਗ ਦਵਾਲ ਕਾਹੇ ਗੱਚ ਲਾਵੋ। ਸਤਿਗੁਰੂ ਧਰਤੀ ਧਰਮ ਹੈ, ਗੁਰੂ ਧਰਮ ਦੀ ਧਰਤੀ ਹੈ, ਤੇ ਜੇ ਕਿਤੇ ਇਹ ਬੀਜ ਮਾਤਰ ਬਖਸ਼ਿਸ਼ ਸਤਿਗੁਰੂ ਰੂਪੀ ਧਰਤੀ ਵਿੱਚ ਬੀਜੀ ਜਾਵੇ ਤੇ ਫਿਰ ਫਲ ਤੱਕ ਪਹੁੰਚਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਸੱਚਮੁੱਚ ਮਨੁੱਖਤਾ ਦੀ ਸ੍ਰਿਸ਼ਟੀ ਦੀ ਚਾਦਰ ਬਣ ਕੇ ਦੱਸ ਦਿੱਤਾ ਕਿ ਮੇਰੇ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਸੀ, ਉਹ ਮੈਂ ਉਹਨਾਂ ਦੀ ਕਿਰਪਾ ਦੇ ਸਦਕਾ ਰਮਾਲ ਤੋਂ ਉਹਨੂੰ ਚਾਦਰ ਤੱਕ ਵਧਾ ਲਿਆ।
ਇਹੀ ਹੈ ਨਾ ਜਿਹੜੇ ਚੰਗੇ ਬੱਚੇ ਹੋਣ, ਵੀ ਜੇ ਪਿਤਾ ਨੇ ਲੱਖਾਂ ਦੀ ਪ੍ਰਾਪਰਟੀ ਬਣਾਈ ਹੋਵੇ ਤੇ ਚੰਗੇ ਬੱਚੇ ਕਰੋੜਾਂ ਤੱਕ ਜਾਣ, ਤਾਂ ਹੀ ਫਿਰ ਉਹ ਚੰਗੇ ਬੱਚੇ ਅਖਵਾਉਣਗੇ। ਤੇ ਜਿਹੜੇ ਪਹਿਲੀ ਵੀ ਵੇਚ ਵੱਟ ਕੇ ਖਾ ਕੇ ਖਤਮ ਕਰ ਦੇਣ, ਉਹਨਾਂ ਨੂੰ ਕੋਈ ਚੰਗੇ ਬੱਚੇ ਨਹੀਂ ਕਹਿੰਦਾ। ਜਦੋਂ ਅਸੀਂ ਸੰਸਾਰ ਤੇ ਆਏ ਆ ਨਾ, ਸਾਡੇ ਸਾਰਿਆਂ ਤੇ ਬੀਜ ਮਾਤਰ ਬਖਸ਼ਿਸ਼ ਹੈ, ਪਰ ਇਹ ਬੀਜ ਕਿਸੇ ਨੇ ਵਕਾਰਾਂ ਦੀ ਧਰਤੀ ਵਿੱਚ ਵਿਅਰਥ ਗਵਾ ਲਏ, ਕਿਸੇ ਨੇ ਨਸ਼ਿਆਂ ਦੀ ਧਰਤੀ ਵਿੱਚ, ਪਰ ਜਿਨ੍ਹਾਂ ਨੂੰ ਸਤਿਗੁਰੂ ਰੂਪੀ ਧਰਤੀ ਮਿਲ ਗਈ, ਉਹ ਬੀਜ ਤੋਂ ਫਿਰ ਫਲ ਤੱਕ ਪਹੁੰਚ ਗਏ। ਸੱਚਮੁੱਚ ਇੱਧਰ ਭਾਈ ਲਹਿਣਾ ਜੀ ਗੁਰੂ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ, ਤੇ ਇੱਕ ਦਿਨ ਉਹੀਓ ਜੋਗੀ ਜਿਹੜੇ ਕਦੇ ਸ਼ਮੇਰ ਪਰਬਤ ਤੇ ਗੁਰੂ ਨਾਨਕ ਸਾਹਿਬ ਜੀ ਨਾਲ ਸਿੱਧ ਗੋਸ਼ਟ ਉਹਨਾਂ ਕੀਤੀ ਸੀ, ਉਹਨਾਂ ਨੇ ਸੁਣਿਆ ਵੀ ਗੁਰੂ ਨਾਨਕ ਸਾਹਿਬ ਦੇ ਅੱਗੇ ਸਾਰਾ ਸੰਸਾਰ ਝੁਕਿਆ, ਗੜ ਬਗਦਾਦ ਨਵਾਏ ਕੈ ਮੱਕਾ ਮਦੀਨਾ ਸਭੇ ਨਵਾਇਆ। ਹੁਣ ਜੋਗੀ ਕਦੇ ਕਿਸੇ ਦੇ ਅੱਗੇ ਨਿਮਦੇ ਸਨ, ਉਹ ਤੇ ਲੋਕਾਂ ਨੂੰ ਡਰਾਉਂਦੇ ਸਨ। ਇੱਕ ਪਾਸੇ ਗ੍ਰਸਤੀਆਂ ਨੂੰ ਦੁੱਖਾਂ ਦਾ ਘਰ, ਤੇ ਦੂਜੇ ਪਾਸੇ ਅਲੱਖ ਨਿਰੰਜਨ ਕਹਿ ਕੇ ਵੀ ਜਾਂ ਤੇ ਸਾਨੂੰ ਕੁਝ ਦਿਓ, ਨਹੀਂ ਤੇ ਸ਼ਰਾਪ ਦੇ ਦਿਆਂਗੇ। ਉਹ ਜੋਗੀ ਕਿਸੇ ਦੇ ਅੱਗੇ ਝੁਕਦੇ ਸਨ। ਉਹਨਾਂ ਨੇ ਵੀ ਸਿੱਧ ਬੋਲਨ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਨੇ ਜਦੋਂ ਸੁਣਿਆ ਵੀ ਗੁਰੂ ਨਾਨਕ ਸਾਹਿਬ ਦੇ ਅੱਗੇ ਸਾਰੇ ਝੁਕੇ ਆ, ਤੇ ਅਸੀਂ ਸੁਣਿਆ ਵੀ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਦੇ ਅੱਗੇ ਝੁਕੇ ਨੇ, ਉਹਨਾਂ ਮੱਥਾ ਟੇਕਿਆ, ਆਪੇ ਗੁਰਚੇਲਾ ਚੇਲੇ ਨੂੰ ਗੁਰੂ ਬਣਾ ਦਿੱਤਾ ਤੇ ਆਪ ਸੇਵਕ ਬਣ ਕੇ ਮੱਥਾ ਟੇਕਿਆ, ਪ੍ਰਕਰਮਾਂ ਕੀਤੀਆਂ। ਜੋਗੀ ਸੋਚਣ ਲੱਗੇ ਵੀ ਚਲੋ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰ ਚਲੀਏ, ਵੀ ਵੇਖੀਏ ਭਲਾ ਵੀ ਜਿਵੇਂ ਗੁਰੂ ਨਾਨਕ ਸਾਹਿਬ ਸਮਰੱਥ ਸਨ, ਇਵੇਂ ਉਹਨਾਂ ਦੇ ਸੇਵਕ, ਉਹਨਾਂ ਦੇ ਰੂਪ, ਉਹਨਾਂ ਦੀ ਥਾਂ ਤੇ ਜਿਹੜੇ ਬਿਰਾਜਮਾਨ ਨੇ, ਵੀ ਸੱਚੀ ਮੁੱਚੀ ਉਹ ਵੀ ਗੁਰੂ ਨਾਨਕ ਨੇ। ਕਹਿੰਦੇ ਜੋਗੀਆਂ ਨੇ ਆਣ ਕੇ ਇੱਕ ਸਵਾਲ ਕੀਤਾ ਗੁਰੂ ਅੰਗਦ ਸਾਹਿਬ ਨੂੰ, ਕਹਿਣ ਲੱਗੇ ਤੁਹਾਡਾ ਪਿਛੋਕੜ ਜਥੇ ਬਣਾ ਕੇ ਵੱਖ-ਵੱਖ ਥਾਵਾਂ ਤੇ ਜਾਣਾ, ਪਰ ਉਹ ਸਾਰਾ ਕੁਝ ਛੱਡ ਕੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹੋ। ਸੇਵਾ ਥਾਂ ਪਈ ਤੁਹਾਨੂੰ ਗੁਰੂ ਨਾਨਕ ਸਾਹਿਬ ਹੋਣ ਦਾ ਮਾਣ ਮਿਲਿਆ। ਇੱਕ ਗੱਲ ਦੱਸੋ ਵੀ ਬਾਕੀ ਸਾਰਾ ਕੁਝ ਛੱਡ ਕੇ ਤੁਸੀਂ ਗੁਰੂ ਕੀ ਬਾਣੀ ਨਾਲ ਜੁੜੇ ਹੋ, ਬਾਕੀ ਕੁਝ ਵਿੱਚ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਕੀ ਅੰਤਰ ਹੈ? ਤੇ ਮੇਰੇ ਗੁਰੂ ਅੰਗਦ ਸਾਹਿਬ ਜੀ ਨੇ ਜਿਹੜੇ 63 ਸ਼ਲੋਕ ਉਚਾਰਨ ਕੀਤੇ ਸਨ, ਉਹਨਾਂ ਵਿੱਚ ਇੱਕ ਸ਼ਲੋਕ ਹੈ, ਸ਼ਲੋਕ ਮਹੱਲਾ ਦੂਜਾ। ਸਾਹਿਬ ਕਹਿੰਦੇ ਆਓ ਆਪਾਂ ਪ੍ਰੇਮ ਨਾਲ ਬਈਏ, ਆਓ ਆਪਾਂ ਪਿਆਰ ਸਹਿਤ ਬੈਠ ਕੇ ਜਿਹੜਾ ਪ੍ਰਸ਼ਨ ਤੁਸੀਂ ਕੀਤਾ ਇਹਦਾ ਉੱਤਰ ਦੇ ਦਈਏ। ਤੁਸੀਂ ਇਹੋ ਕਹਿੰਦੇ ਨੇ ਕਿ ਇੱਥੇ ਵੇਦ ਬਾਣੀ ਵੀ ਸੀ, ਇੱਥੇ ਪੁਰਾਣ ਵੀ ਸਨ, ਇੱਥੇ ਸ਼ਾਸਤਰ ਵੀ ਸਨ, ਤੇ ਸਭ ਕੁਝ ਛੱਡ ਕੇ ਤੁਸੀਂ ਗੁਰੂ ਕੀ ਬਾਣੀ ਨਾਲ ਕਿਉਂ ਜੁੜੇ? ਤੇ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਹੁਣ ਤੁਸੀਂ ਬਿਨਾਂ ਪੱਖਪਾਤ ਤੋਂ ਪਿਆਰ ਨਾਲ ਸੁਣਿਓ ਵੀ ਜੇ ਵੇਦਾਂ ਪੁਰਾਣਾ ਸਿਮਰਤੀਆਂ ਨੂੰ ਆਪਾਂ ਪੜਾਂਗੇ ਤੇ ਉਹਨਾਂ ਵਿੱਚ ਇਹੋ ਲਿਖਿਆ ਨਾ ਵੀ ਜੇ ਪਾਪ ਕਰੋਗੇ ਤੇ ਨਰਕ ਮਿਲੇਗਾ, ਜੇ ਪੁੰਨ ਕਰੋਗੇ ਤੇ ਸਵਰਗ ਮਿਲੇਗਾ। ਇਸ ਵਾਰ ਕੁਝ ਦਓਗੇ ਤੇ ਅਗਲੀ ਵਾਰ ਲੈਣਾ ਪਵੇਗਾ, ਇਸ ਵਾਰ ਜੇ ਲਓਗੇ ਤੇ ਫਿਰ ਦੇਣਾ ਪਵੇਗਾ। ਕਹਿੰਦੇ ਜੇ ਇਸ ਤੋਂ ਅਗਲੀ ਗੱਲ ਇਹਨਾਂ ਵਿੱਚ ਹੈ ਤੇ ਸਾਨੂੰ ਦੱਸ ਦਿਓ। ਬਸ ਇਹੀ ਗੱਲ ਹੈ ਨਾ। ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਇਹੀ ਗੁੜਤੀ ਅੱਗੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕੀਤੀ, ਤੇ ਉਹਨਾਂ ਨੇ ਸਾਨੂੰ ਆਨੰਦ ਸਾਹਿਬ ਦਾ ਜਿਹੜਾ ਸੋਮਾ ਬਖਸ਼ਿਸ਼ ਕੀਤਾ ਨਾ, ਉਹਦੇ ਵਿੱਚ ਜ਼ਿਕਰ ਹੈ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਇਹ ਪਾਪ ਪੁੰਨ ਦੀ ਗੱਲ ਤਾਂ ਕਰਦੇ, ਤਤ ਦੀ ਗੱਲ ਤਾਂ ਹੈ ਹੀ ਨਹੀਂ। ਤਤ ਤਾਂ ਪ੍ਰਮਾਤਮਾ ਹੈ, ਤੇ ਪ੍ਰਮਾਤਮਾ ਨਾਲ ਮਿਲਾਪ ਦੀ ਗੱਲ ਇਹਨਾਂ ਗ੍ਰੰਥਾਂ ਵਿੱਚ ਨਹੀਂ ਹੈ। ਇਹਦੇ ਵਿੱਚ ਕੇਵਲ ਪਾਪ ਕੀ ਹੈ, ਪੁੰਨ ਕੀ ਹੈ, ਨਰਕ ਕੀ ਹੈ, ਸਵਰਗ ਕੀ ਹੈ। ਬੰਦਾ ਜੰਮਦਾ ਰਵੇ, ਮਰਦਾ ਰਵੇ, ਕਦੇ ਨਰਕਾਂ ਵਿੱਚ ਕਦੇ ਸਵਰਗਾਂ ਵਿੱਚ। ਗੱਲ ਕਲਿਆਣ ਕਿਵੇਂ ਹੋਵੇਗਾ, ਬੰਦਾ ਮੁਕਤ ਕਿਵੇਂ ਹੋਵੇਗਾ? ਇਹ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਕਹਿਣ ਲੱਗੇ ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਪਰ ਤੁਸੀਂ ਕਹਿੰਦੇ ਹੋ ਨਾ ਸਾਰਾ ਕੁਝ ਛੱਡ ਕੇ ਗੁਰੂ ਕੀ ਬਾਣੀ ਨਾਲ ਜੁੜੇ ਹੋ। ਸਾਹਿਬ ਕਹਿੰਦੇ ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਆ ਜਿਹੜੀ ਮੇਰੇ ਗੁਰੂ ਨਾਨਕ ਦੀ ਬਾਣੀ ਹੈ ਨਾ, ਇਹ ਆਤਮਿਕ ਜੀਵਨ ਦਿੰਦੀ ਹੈ, ਇਹ ਵੇ ਆਫ ਲਾਈਫ। ਜਦੋਂ ਅਸੀਂ ਗੁਰਬਾਣੀ ਦੀ ਲੋਹ ਵਿੱਚ ਤੁਰਾਂਗੇ, ਠੇਡੇ ਖਾਣ ਤੋਂ ਬਚ ਜਾਵਾਂਗੇ, ਵਹਿਮਾਂ ਭਰਮਾਂ ਦਾ ਹਨੇਰਾ ਖਤਮ ਹੋ ਜਾਵੇਗਾ,
ਗੁਰ ਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਾ ਰਤਨ ਪਦਾਰਥ ਲਾਦਾ। ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਜੋਗੀਓ ਅੰਮ੍ਰਿਤ ਬਾਣੀ, ਆ ਜਿਹੜੀ ਗੁਰੂ ਦੀ ਬਾਣੀ ਹੈ, ਇਹ ਆਤਮਿਕ ਜੀਵਨ ਦਿੰਦੀ ਹੈ। ਇਹ ਨਹੀਂ ਵੀ ਕੇਵਲ ਆਪਾਂ ਬਾਣੀ ਨੂੰ ਪੜ੍ਹ ਲਿਆ, ਕੇਵਲ ਬਾਣੀ ਸਿਮਰਨ ਹੈ, ਜਾਂ ਬਾਣੀ ਕੋਈ ਜਿਸ ਤਰ੍ਹਾਂ ਆਮ ਸੰਸਾਰ ਦੇ ਵਿੱਚ ਲੋਕ ਕਹਿੰਦੇ ਨੇ ਵੀ ਆਪਾਂ ਕੋਈ ਮੰਤਰ ਪੜ੍ਹ ਰਹੇ ਹਾਂ, ਐਵੇਂ ਨਹੀਂ। ਇਹ ਆਤਮਿਕ ਜੀਵਨ ਦਿੰਦੀ ਹੈ, ਸਾਨੂੰ ਵੇ ਆਫ ਲਾਈਫ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਦੱਸਦੀ ਹੈ। ਗੁਰਬਾਣੀ ਵਿੱਚ ਜੁਗਤ ਹੈ ਕਿ ਮਨੁੱਖਾ ਜੀਵਨ ਅਸੀਂ ਕਿਵੇਂ ਸਫਲਾ ਕਰਨਾ ਹੈ। ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਸਾਹਿਬ ਕਹਿਣ ਲੱਗੇ, ਅੰਮ੍ਰਿਤ ਬਾਣੀ ਤਤ ਵਖਾਣੀ। ਇਹਦੇ ਵਿੱਚ ਤਤ ਦਾ ਵਿਖਿਆਨ, ਕਿ ਤਤ ਕੀ ਹੈ? ਪਰਮਾਤਮਾ। ਆ ਸਾਡੀਆਂ ਦੋ ਤਰ੍ਹਾਂ ਦੀਆਂ ਬਿਰਤੀਆਂ ਨੇ ਨਾ, ਜਿਵੇਂ ਮਹਾਂਪੁਰਖ ਵਿਦਵਾਨ ਦੱਸਦੇ ਨੇ ਵੀ ਇੱਕ ਛੱਜ ਵਰਗੀ ਬਿਰਤੀ ਤੇ ਇੱਕ ਛਾਨਣੀ ਵਰਗੀ ਬਿਰਤੀ। ਹੁਣ ਸਾਡੇ ਘਰਾਂ ਦੇ ਵਿੱਚ ਛੱਜ ਵੀ ਹੈ ਤੇ ਛਾਨਣੀ ਵੀ ਹੈ, ਤੇ ਖਾਸ ਕਰਕੇ ਸਾਡੀਆਂ ਮਾਵਾਂ ਭੈਣਾਂ ਜਦੋਂ ਕੋਈ ਪੀਣ ਕਰਕੇ ਛੱਜ ਨਾਲ ਕੋਈ ਛੱਟ ਕੇ ਚੱਕੀ ਤੇ ਆਟਾ ਪੀਸਣ ਵਾਸਤੇ ਦਾਣੇ ਭੇਜਦੇ ਨੇ, ਤੇ ਆਪਾਂ ਵੇਖਦੇ ਹਾਂ ਕਿ ਜਦੋਂ ਮਾਵਾਂ ਭੈਣਾਂ ਛੱਜ ਵਿੱਚ ਦਾਣੇ ਪਾ ਕੇ ਹਲੂਣਾ ਦਿੰਦੀਆਂ ਨੇ, ਤੇ ਛੱਜ ਦੀ ਇੱਕ ਬਿਰਤੀ ਹੈ ਕਿ ਛੱਜ ਕੂੜਾ ਕਰਕਟ ਬਾਹਰ ਕੱਢ ਦਿੰਦਾ ਹੈ, ਜੋ ਫੋਕਟ ਹੈ, ਤੇ ਤਤ ਰੂਪੀ ਦਾਣੇ ਆਪਣੇ ਵਿੱਚ ਰੱਖ ਲੈਂਦਾ। ਪਰ ਜਿਹੜੀ ਛਾਨਣੀ ਹੈ, ਉਹਦੇ ਵਿੱਚ ਆਟਾ ਪਾ ਕੇ ਹਲੂਣਾ ਦਿਓ, ਤੇ ਛਾਨਣੀ ਤਤ ਰੂਪੀ ਆਟਾ ਥੱਲੇ ਕੱਢ ਦਵੇਗੀ, ਤੇ ਸੂੜਾ ਰੂਪੀ ਫੋਕਟ ਆਪਣੇ ਵਿੱਚ ਰੱਖ ਲਵੇਗੀ। ਬਸ ਆਹ ਹੀ ਦੋ ਬਿਰਤੀਆਂ, ਇੱਕ ਤਤ ਵਾਲੇ ਪਾਸੇ ਤੁਰ ਪਏ ਤੇ ਇੱਕ ਫੋਕਟ ਵਾਲੇ ਪਾਸੇ ਤੁਰ ਪਏ। ਸੰਤੋ ਮਾਖਨ ਖਾਇਆ, ਛਾਛ ਪੀਐ ਸੰਸਾਰ। ਵੀ ਪ੍ਰਭੂ ਦੇ ਸੰਤ ਜਨ ਜਿਹੜੇ ਤਤ ਵੇਤਾ ਨੇ, ਉਹ ਤਾਂ ਮੱਖਣ ਤਤ ਰੂਪੀ ਪਰਮਾਤਮਾ ਨਾਲ ਜੁੜ ਗਏ, ਤੇ ਬਹੁਤੇ ਲੋਕੀ ਛਾਛ ਲੱਸੀ ਸਿੱਡੀ ਦੇ ਮਗਰੀ ਤੁਰੇ ਫਿਰਦੇ ਨੇ, ਭਾਵ ਉਹ ਫੋਕਟ ਪਦਾਰਥਾਂ ਦੇ ਮਗਰ ਤੁਰੇ ਫਿਰਦੇ ਨੇ। ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਸੁਣਾਈ, ਜਦੋਂ ਸਾਡੀਆਂ ਮਾਵਾਂ ਭੈਣਾਂ ਸੁੰਦਰਤਾ ਦੇ ਨਾਂ ਤੇ ਜਾਂ ਸਾਡੇ ਵੀਰ ਕੇਸਾਂ ਦੀ ਬੇਅਦਬੀ ਕਰਨ, ਤੇ ਉਹਨੇ ਬੜੀ ਸੋਹਣੀ ਉਦਾਹਰਨ ਦਿੱਤੀ। ਕਹਿਣ ਲੱਗੇ ਵੀ ਸਾਡੀ ਕੋਈ ਧੀ ਭੈਣ ਮਟਰ ਕੱਢ ਰਹੀ ਹੋਵੇ, ਜੇ ਤੇ ਛਿਲਕੇ ਬਾਹਰ ਛੁੱਟੀ ਜਾਵੇ ਤੇ ਮਟਰਾਂ ਦੇ ਦਾਣੇ ਕੌਲੀ ਵਿੱਚ ਪਾ ਕੇ ਰੱਖੀ ਜਾਵੇ, ਤੇ ਆਪਾਂ ਕਵਾਂਗੇ ਵੀ ਧੀ ਬੜੀ ਸਿਆਣੀ ਹੈ। ਤੇ ਜੇ ਮਟਰਾਂ ਦੇ ਦਾਣੇ ਕੱਢ ਕੱਢ ਸੁੱਟੀ ਜਾਵੇ ਤੇ ਛਿਲਕੇ ਸੰਭਾਲੀ ਜਾਵੇ, ਤੇ ਫਿਰ ਮੱਥੇ ਨੂੰ ਹੱਥ ਮਾਰਾਂਗੇ ਨਾ। ਸੱਚੀ ਮੁੱਚੀ ਨੌਆਂ ਵਿੱਚ ਮੈਲ ਫਸਣੀ ਹੈ, ਨੌ ਕੱਟਣੇ ਸਨ, ਉਹ ਵਧਾ ਲਏ। ਤੇ ਜਿਹੜੇ ਗੁਰੂ ਦੇ ਮੋਹਰ ਕੇਸ ਸਨ, ਉਹ ਸੁੰਦਰਤਾ ਦੇ ਨਾਂ ਤੇ ਬਿਊਟੀ ਪਾਰਲਰ ਜਾ ਕੇ ਉਹਦੀ ਬੇਅਦਬੀ ਕਰਵਾ ਦਿੱਤੀ, ਵੀ ਛਿਲਕੇ ਸੰਭਾਲ ਲਏ ਤੇ ਦਾਣੇ ਸੁੱਟ ਦਿੱਤੇ। ਸਾਡੀ ਇਸ ਤਰ੍ਹਾਂ ਦੀ ਹਾਲਤ ਬਣ ਗਈ ਕਿ ਬੰਦਾ ਤਤ ਨਾਲ ਨਹੀਂ ਜੁੜਿਆ, ਫੋਕਟ ਨਾਲ ਜੁੜ ਗਿਆ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਚਨ ਕਹੇ ਸਨ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਇਹ ਜਿੱਥੇ ਸਾਨੂੰ ਪਰਮਾਤਮਾ ਦਾ ਗਿਆਨ ਬਖਸ਼ਿਸ਼ ਕਰਦੀ ਹੈ, ਉੱਥੇ ਧਿਆਨ ਸੁਰਤੀ ਜੋੜਨ ਦਾ, ਸਾਨੂੰ ਪਰਮੇਸ਼ਰ ਵਿੱਚ ਲਿਵ ਜੋੜਨ ਦਾ ਜਿਹੜਾ ਗਿਆਨ ਹੈ, ਉਹ ਵੀ ਗੁਰੂ ਕੀ ਬਾਣੀ ਤੋਂ ਮਿਲਦਾ ਹੈ। ਇਸ ਕਰਕੇ ਅਸੀਂ ਸਾਰਾ ਕੁਝ ਛੱਡ ਕੇ ਗੁਰੂ ਕੀ ਬਾਣੀ ਦੇ ਨਾਲ ਜੁੜੇ ਹਾਂ। ਤੇ ਐਵੇਂ ਸਾਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਵੀ ਸਿੱਖਿਆ ਦਿੱਤੀ ਹੈ, ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਵੀ ਜੇ ਸਦਾ ਲਈ ਸੁਖ ਚਾਹੁੰਦਾ ਤੇ ਫਿਰ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾ। ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਉਦਾਹਰਨ ਦਿੱਤੀ, ਜਦੋਂ ਰੱਬ ਨਾਲ ਜੁੜ ਜਾਵੇਂਗਾ ਤੇ ਸੱਚੀ ਮੁੱਚੀ ਉਹਨਾਂ ਦੀ ਬਾਣੀ ਵਿੱਚ ਦ੍ਰਿਸ਼ਟਾਂਤ ਹੈ ਪ੍ਰਹਿਲਾਦ ਦਾ, ਧਰੂ ਦਾ। ਉਹਨਾਂ ਦੀ ਬਾਣੀ ਵਿੱਚ ਦ੍ਰਿਸ਼ਟਾਂਤ ਹੈ ਹਰਨਾਕਸ਼ ਦਾ, ਤੰਦੂਏ ਦਾ ਤੇ ਹਾਥੀ ਦਾ। ਉਹਨਾਂ ਦੀ ਬਾਣੀ ਵਿੱਚ ਮਾਨੋ ਗੱਜ ਦੀ ਪੁਕਾਰ ਤੇ ਹਰਨਾਕਸ਼ਾਂ ਦੀ ਹਾਰ ਦਾ ਜ਼ਿਕਰ ਹੈ। ਵੀ ਜੇ ਰੱਬ ਨਾਲ ਜੁੜੋਗੇ ਤੇ ਜ਼ਰੂਰ ਤੰਦੂਆ ਹਾਰੇਗਾ ਤੇ ਗੱਜ ਜਿੱਤੇਗਾ, ਭਗਤ ਪ੍ਰਹਲਾਦ ਤਰੇਗਾ ਤੇ ਹਰਨਾਕਸ਼ ਮਰੇਗਾ।
रोज आपां पढ़दे हर जुग जुग भगत उपाया, पैज रखदा आया राम राजे, हरनाखश दुष्ट हर मारिया, प्रहलाद तराया। कहंदे हरनाखश मरिया, प्रहलाद तां तर गया। हाथी दी पुकार, हरनाखशां दी हार दा जिक्र कीता भी जे सब कुछ भी जिंदगी विच चले जावे ते कदे निराश ना होयो, क्योंकि नाम रहियो साधु रहियो, रहियो गुर गोबिंद। जदों बल छुटक जावे, बल छुटक्यो बंधन परे, कछु ना होत उपाए, कहो नानक अब ऊट हर गज ज्यों हो सहाये। ते फिर कहंदे ओ बल दिंदा, बल हुआ बंधन छुटे, सब किश होत उपाए, नानक सब किश तुमरे हाथ में, तुम ही होत सहाय। सतगुरु जी की बाणी में जिथे त्याग है, वैराग है, अनुराग है। त्याग जोगियां वाला नहीं भी घर छड्ड के गेरुए कपड़े पहन के जंगलों में परबतां ते चले जाओ। सतगुरु का बचन है, काहे रे बन खोजन जाई, सर्ब निवासी सदा अलेपा, तो ही संग समाई। गुरु तेग बहादुर साहब की बाणी का निर्णय, जाको जोगी खोजत हारे, पायो नाहे ते पारा, सो स्वामी तुम निकट पछानो, रूप रेख ते न्यारा। साहब कहंदे जे त्यागना है ना ते फिर घर ना त्यागो, किरत ना त्यागो, बच्चे ना छड्डो, धन दौलत ना छड्डो। त्यागना की है? पहला बचन है, साधो मन का मान त्यागो, काम क्रोध संगत दुर्जन की तांते ऐनस भागो। साहब कहन लगे त्याग धन दौलत दा नहीं, त्याग विख्या दा करना है। त्याग बच्चियां दा नहीं, घर परिवार दा नहीं। हाँ जे लोड़ पवे ते मजलूमां दी खातर अपना तन तक भी त्याग दिओ। हुण इत्थे किन्ने त्यागी सन, किन्ने वैरागी सन, किन्ने सन्यासी, कोई जड़ावां वाला, कोई खड़ावां वाला, कोई चिमटियां वाला, पर किसी ने बांह पकड़ी कश्मीरी पंडितां दी भी साडे किहड़ा कोई अगे पिछे आ, असीं ते त्यागी आ, कह दो रंगजेब नूं साडा सिर कट ले। नहीं, ਉਹ घर का त्याग करके जंगलों में जा सकते सन, परबतां ते बैठ सकते सन, पर तन का त्याग करना बड़ा औखा है। ये गुरु तेग बहादुर साहब ही कर सकते ने। ते गुरु तेग बहादुर साहब ने अपने तन का ठीकरा मुगलिया हुकूमत के सिर भन के, वेखो किड्डा वड्डा पर्दा जिहड़ा सी भारत के लोकां उपर पा के सतगुरु जी हिंद की चादर, धर्म की चादर और मनुखता की चादर बने। उन्हां दे समकाली लिखारी जिहड़े बाद विच गुरु गोबिंद सिंह महाराज के 52 कवियां में शामिल सन, कवि सैनापति, उन्होंने गुरु शोभा विच लिखिया, प्रगट भये गुर तेग बहादुर, सगल सृष्ट पै ढापी चादर, कर्म धर्म की जिन पत राखी, अटल करी कल जुग में साखी, सगल सृष्ट जांका जस भयो, जें ते सर्ब धर्म बतयो, जें ते सर्ब धर्म बचायो। किसी कवि ने बड़ा सुंदर लिखिया, सतगुर तेग बहादुर दे बाज हिंद ते, चादर किसे की प्रेम दी ताननी है, उस प्यारे सतगुरु दा शीस तक के, सीना हो रहा शाननी शाननी है, करनी वाले दी करनी दी मेहरबानी, परलो तीक संसार ने जाननी है। वो चानन अज भी ओदा संसार अंदर जे दी चांदनी चौंक विच चाननी है। जे गुरु तेग बहादुर साहब शीस ना दिंदे ते पता नहीं इस भारत दे विच की कुछ हो जाना सी। इसे करके एक मुसलमान लिखारी दे बोल भी जे किते धन गुरु गोबिंद सिंह महाराज अपने पिता गुरु तेग बहादुर साहब नूं शहीद होण लई ना भेजदे ते फिर ना कहूं अब की, ना कहूं कब की, मैं तो बात कहूं तब की, अगर ना होते गुरु गोबिंद सिंह तो सुनत होती सब की। क्योंकि अजे 9 साल दी उम्र सी, घरों तुरदे आ, बच्चे पुछदे ने पापा किधर चले हो ते कदों आओगे, आपां कहने रात नूं आ जावांगे, कल आ जावांगे, महीने नूं, साल नूं। पता सी बालक गोबिंद राय नूं भी जिधर मेरे पिता गुरु तेग बहादुर साहब चले ने ना उधरों आउणा नहीं। जे चाहुंदे ते घुट के गुरु तेग बहादुर साहब जी दे पावन चरण पकड़ लेंदे, लत्तां नूं घुट के पकड़ लेंदे, पिता जी जिधर तुसीं चले हो तुसीं शहीद हो जाना, मैं यतीम हो जावांगा। पर वारे जाइए बालक गोबिंद राय जी तो अपने आप नूं यतीम होना प्रवान कर लिया, अपने आप नूं यह कहा भी मैं यतीम हो जावां कोई गल नहीं,
ਪਰ ਜਿਹੜੇ ਕੱਲ ਨੂੰ ਔਰੰਗਜ਼ੇਬ ਨੇ ਲੱਖਾਂ ਬੱਚੇ ਯਤੀਮ ਕਰਨੇ ਨੇ ਉਹ ਬਚ ਜਾਣ। ਆਪ ਯਤੀਮ ਹੋ ਕੇ ਪਿਤਾ ਕੁਰਬਾਨ ਕਰਕੇ ਲੱਖਾਂ ਬੱਚਿਆਂ ਦੇ ਸਿਰਾਂ ਦੇ ਉੱਪਰ ਜੇ ਪਿਤਾ ਦਾ ਛਾਇਆ ਰਿਹਾ ਤੇ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ। ਜੇ ਮਾਂ ਗੁਜਰ ਕੌਰ ਚਾਹੁੰਦੇ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰ ਸਕਦੇ ਸਨ ਵੀ ਇਹ ਭਾਰਤ ਹੈ, ਇੱਥੇ ਤੇ ਸਦਾ ਸੁਹਾਗਣ ਰਹਿਣ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਨੇ। ਇੱਥੇ ਤੇ ਹਿੰਦੂ ਵੀਰ ਉਹਨਾਂ ਦੇ ਘਰਾਂ ਵਿੱਚ ਬੀਬੀਆਂ ਨੂੰ ਭੁੱਖੇ ਰੱਖ ਰੱਖ ਕੇ ਵਰਤ ਰਖਾ ਕੇ ਕਹਿੰਦੀਆਂ ਆਪਣੇ ਸੁਹਾਗ ਦੀ ਸਲਾਮਤੀ ਮੰਗੋ, ਜਦੋਂ ਕਿ ਗੁਰਮਤ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਭੁੱਖੇ ਰਹਿਣ ਨਾਲ ਨਾ ਕਿਸੇ ਦੀ ਉਮਰ ਵੱਧਦੀ ਹੈ ਨਾ ਰੱਬ ਮਿਲਦਾ। ਤਜਿਆਂ ਅੰਨ ਨਾ ਮਿਲੈ ਗੋਪਾਲ, ਤੇ ਨਾ ਕਦੇ ਭੁੱਖੇ ਰਹਿ ਕੇ ਕਦੇ ਕਿਸੇ ਦੀ ਉਮਰ ਵੱਧਦੀ ਹੈ। ਪਰ ਇੱਕ ਦ੍ਰਿਸ਼ਟਾਂਤ ਹੈ ਕਿ ਜਿਸ ਦੇਸ਼ ਦੇ ਅੰਦਰ ਸੁਹਾਗ ਦੀ ਸਲਾਮਤੀ ਵਾਸਤੇ ਭੁੱਖੇ ਰਹਿ ਕੇ ਯਤਨ ਕੀਤੇ ਜਾਂਦੇ ਨੇ, ਕਦੇ ਸੋਚਿਓ ਵੀ ਮਾਂ ਗੁਜਰੀ ਨੂੰ ਸੁਹਾਗ ਨਹੀਂ ਸੀ ਚਾਹੀਦਾ? ਜੇ ਮਾਂ ਗੁਜਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਹੋ ਕੇ ਕਹਿੰਦੇ ਵੀ ਤੁਸੀਂ ਸ਼ਹੀਦ ਹੋ ਜਾਣਾ ਤੇ ਮੇਰਾ ਸੁਹਾਗ, ਪਰ ਪਤਾ ਸੀ ਮਾਂ ਗੁਜਰੀ ਨੂੰ ਵੀ ਜੇ ਮੈਂ ਆਪਣਾ ਸੁਹਾਗ ਬਚਾਇਆ ਤੇ ਕੱਲ ਸੂਰਜ ਚੜ੍ਹਨ ਦੀ ਦੇਰ ਹੈ, ਔਰੰਗਜ਼ੇਬ ਨੇ ਲੱਖਾਂ ਸੁਹਾਗ ਉਜਾੜ ਦੇਣੇ ਨੇ। ਜੇ ਸੁਹਾਗ ਦੀ ਸਲਾਮਤੀ ਮੰਗਣੀ ਹੈ ਨਾ ਤੇ ਵਰਤ ਰੱਖ ਕੇ ਨਹੀਂ, ਮਾਂ ਗੁਜਰੀ ਦੇ ਚਰਨ ਪਕੜ ਕੇ ਮੰਗੋ। ਇਸ ਦੇਸ਼ ਕੋਲ ਇੱਕੋ ਹੀ ਮਾਤਾ ਹੈ ਜਿਨਨੇ ਇਸ ਦੇਸ਼ ਨੂੰ ਬਚਾਇਆ, ਜਿਨਨੇ ਆਪਣਾ ਪਤੀ ਕੁਰਬਾਨ ਕਰਾ ਕੇ ਲੱਖਾਂ ਸੁਹਾਗ ਬਚਾਏ ਨੇ। ਨਹੀਂ ਤੇ ਤੁਸੀਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਝਾਤ ਮਾਰੋ ਕਿ ਇਸ ਦੇਸ਼ ਕੋਲ ਕੋਈ ਹੋਰ ਮਾਤਾ ਹੈਗੀ ਇਹੋ ਜੀ ਵੀ ਜਿਹੜੀ ਆਪਣੇ ਪਤੀ ਨੂੰ ਭੇਜੇ ਵੀ ਜਾਓ ਲੱਖਾਂ ਸੁਹਾਗ ਬਚਾਓ। ਮੈਂ ਕਹਿੰਦਾ ਇਸ ਦੇਸ਼ ਦੀ ਹਰ ਬਹੁ ਬੇਟੀ ਨੂੰ ਸਵੇਰੇ ਉੱਠ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਮਾਤਾ ਗੁਜਰ ਕੌਰ ਦੇ ਅੱਗੇ ਆਪਣਾ ਸੀਸ ਝੁਕਾਉਣਾ ਚਾਹੀਦਾ। ਤੁਸੀਂ ਵੀ ਜੇ ਕਿਤੇ ਜੋੜ ਮੇਲਿਆਂ ਸਮੇਂ ਤੁਹਾਡਾ ਚਿੱਤ ਕਰੇ ਨਾ ਵੀ ਆਪਾਂ ਬਾਜ਼ਾਰੋਂ ਕੋਈ ਕੈਲੰਡਰ ਕੋਈ ਤਸਵੀਰ ਲੈ ਕੇ ਆਉਣੀ ਤੇ ਮਾਤਾ ਗੁਜਰੀ ਦੀ ਲੈ ਕੇ ਆਇਆ ਕਰੋ। ਇਹ ਤੋਂ ਵੱਡੀ ਕੋਈ ਮਾਂ ਨਹੀਂ ਜੇ, ਇਹ ਤੋਂ ਵੱਡੀ ਕੋਈ ਮਾਂ ਹੈ ਜੇ ਮਾਤਾ ਹੀ ਪੂਜਣੀ ਹੋਵੇ ਤੇ ਮਾਂ ਗੁਜਰੀ ਸਾਡੇ ਕੋਲ ਬੜੀ ਵੱਡੀ ਮਾਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ, ਜਿਨ੍ਹਾਂ ਬਾਰੇ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਲਾਲ ਚੰਦ ਨੂੰ ਕਿਹਾ ਸੀ, ਜਦੋਂ ਭਾਈ ਲਾਲ ਚੰਦ ਨੇ ਕਿਹਾ ਅਸੀਂ ਧੀ ਵਾਲੇ ਆ, ਅਸੀਂ ਦਾਜ ਦੇਜ ਨਹੀਂ ਦੇ ਸਕਦੇ, ਅਸੀਂ ਬਰਾਤ ਦੀ ਸੇਵਾ ਨਹੀਂ ਕਰ ਸਕੇ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਹੋਣਹਾਰ ਨੌਂ ਮਾਂ ਗੁਜਰੀ ਵਾਸਤੇ ਸ਼ਬਦ ਵਰਤੇ ਸਨ। ਲਾਲ ਚੰਦ ਜਿਨਨੇ ਆਪਣੇ ਜਿਗਰ ਦਾ ਟੁਕੜਾ ਹੀ ਸਾਡੀ ਝੋਲੀ ਵਿੱਚ ਪਾ ਦਿੱਤਾ, ਉਹਨੇ ਹੋਰ ਪਿੱਛੇ ਕੀ ਰੱਖਣਾ। ਜਿਨ ਤਨਜਾ ਅਰਪਣ ਕੀਨੰਗ ਤਿੰਨ ਪਾਸ਼ੇ ਕਿਆ ਰੱਖ ਲੀਨੰਗ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਪੰਜਾਂ ਪੁੱਤਰਾਂ ਨਾਲੋਂ ਆਪਣੀ ਧੀ ਬੀਬੀ ਵੀਰੋ ਨੂੰ ਆਪਣੀ ਜਿੰਦ ਜਾਨ ਤੇ ਆਪਣੀ ਸਭ ਤੋਂ ਪਿਆਰੀ ਸੰਤਾਨ ਮੰਨਦੇ ਸਨ। ਸੁਨ ਪੁੱਤਰੀ ਪ੍ਰਾਨਨ ਤੇ ਪਿਆਰੀ, ਕਿ ਜਿੱਥੇ ਧੀ ਨੂੰ ਪਿਆਰ ਕਰਦੇ ਸਨ ਉੱਥੇ ਆਪਣੀ ਨੌਂ ਦਾ ਵੀ ਇੰਨਾ ਸਤਿਕਾਰ ਕੀਤਾ। ਕਹਿਣ ਲੱਗੇ ਲਾਲ ਚੰਦ ਜਿਹੜੀ ਆ ਤੁਸੀਂ ਜਿਗਰ ਦਾ ਟੁਕੜਾ ਸਾਡੀ ਝੋਲੀ ਵਿੱਚ ਪਾ ਦਿੱਤਾ, ਇਹਦੇ ਤੋਂ ਵੱਡੀ ਹੋਰ ਸੇਵਾ, ਇਹਦੇ ਤੋਂ ਵੱਡਾ ਹੋਰ ਪਰਉਪਕਾਰ ਕੀ ਹੋ ਸਕਦਾ ਹੈ। ਤੇ ਅੱਜ ਜੇ ਅਸੀਂ ਵੀ ਚਾਹੁੰਦੇ ਆ ਕਿ ਸਾਡੀ ਧੀ ਦੂਜੇ ਘਰ ਜਾ ਕੇ ਸੁਖੀ ਹੋਵੇ ਤੇ ਜਿਹਨੂੰ ਆਪਾਂ ਨੌਂ ਬਣਾ ਕੇ ਲਿਆਉਨੇ ਆ ਉਹਨੂੰ ਆਪਣੀ ਧੀ ਸਮਝ ਲਈਏ ਤੇ ਸੱਚਮੁੱਚ ਅੱਜ ਸੰਸਾਰ ਦੇ ਭਰੂਣ ਹੱਤਿਆ ਵਰਗੇ ਜਿਹੜੇ ਪਾਪ ਨੇ ਉਹਨਾਂ ਤੋਂ ਬਚ ਸਕਦੇ ਆ। ਅੱਜ ਔਰਤ ਦੀ ਵੈਰਨ ਬਣੀ ਐ, ਸੱਸ ਤੇ ਨਨਾਣ ਹੀ ਇਹ ਕਹੀ ਜਾਂਦੀ ਆ ਵੀ ਤੂੰ ਲੜਕੀ ਨੂੰ ਜਨਮ ਨਹੀਂ ਦੇਣਾ, ਤੂੰ ਲੜਕੇ ਨੂੰ ਜਨਮ ਦੇ। ਤੇ ਸੱਸ ਤੇ ਨਨਾਣ ਨੂੰ ਪੁੱਛੀਏ ਵੀ ਤੁਸੀਂ ਲੜਕੇ ਹੋ। ਹੁਣ ਜਿਹੜੀ ਸੱਸ ਹੈ ਜਿਹੜੀ ਇੱਕੋ ਰੱਟ ਲਾਈ ਜਾਂਦੀ ਆ ਵੀ ਤੂੰ ਮੈਨੂੰ ਪੋਤਾ ਦੇ, ਪੋਤੀ ਨਹੀਂ ਚਾਹੀਦੀ, ਤੇ ਉਹਨੂੰ ਸੱਸ ਨੂੰ ਪੁੱਛੋ ਵੀ ਤੂੰ ਲੜਕਾ ਵਾ, ਵੀ ਤੂੰ ਵੀ ਤੇ ਧੀ ਆ, ਤਾਂ ਹੀ ਗੱਲ ਬਣੀ ਨਾ। ਤੇ ਜੇ ਕਿਤੇ ਅੱਜ ਆ ਭਰੂਣ ਹੱਤਿਆ ਵਰਗਾ ਪਾਪ ਇਹ ਕਲੰਕ ਲੱਥ ਜਾਵੇ ਸਾਡੇ ਗਲੋਂ, ਤੇ ਸੱਚਮੁੱਚ ਸਾਡਾ ਉਹ ਅਮੀਰ ਵਿਰਸਾ ਜਿਹੜਾ ਮਾਤਾ ਤ੍ਰਿਪਤਾ ਜੀ ਤੋਂ ਲੈ ਕੇ ਮਾਤਾ ਗੁਜਰ ਕੌਰ ਜੀ ਤੱਕ, ਜਿਹੜਾ ਬੇਬੇ ਨਾਨਕੀ ਤੋਂ ਲੈ ਕੇ ਬੀਬੀ ਵੀਰੋ ਤੱਕ, ਜਿਹੜਾ ਮਾਤਾ ਸੁਲੱਖਣੀ ਜੀ ਤੋਂ ਲੈ ਕੇ ਮਾਤਾ ਸਾਹਿਬ ਕੌਰ ਤੱਕ, ਇਹ ਅਮੀਰ ਵਿਰਸਾ ਸਾਡਾ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ। ਸੱਚ ਤਾਂ ਇਹ ਹੈ ਕਿ ਗੁਰੂ ਜਨਨੀ ਨੂੰ ਵੀ ਨਮਸਕਾਰ ਹੈ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ
ਮਾਏ। ਜੇ ਅੱਜ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਉਹ ਮਹਾਨ ਮਤਾਵਾਂ ਨੂੰ ਸਾਡਾ ਸਿਜਦਾ ਹੈ, ਜਿਨ੍ਹਾਂ ਦੇ ਰਾਹੀਂ ਸਤਿਗੁਰੂ ਜੀ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ। ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ। ਇੱਥੇ ਹੀ ਸਮਾਪਤੀ ਹੈ। ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ। ਬੁਲਾਓ ਫਤਿਹ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।